जमात 10वीं का हैगा वा कल यानी कि 18 जनवरी ਨੂੰ ਸਮਾਜਿਕ ਵਿਗਿਆਨ ਦਾ ਪੇਪਰ ਜਾਂ ਫਿਰ ਸਮਾਜਿਕ ਸਿੱਖਿਆ ਜਿਹਨੂੰ ਆਪਾਂ ਕਹਿੰਦੇ ਆ SST, ਠੀਕ ਹੈ ਜੀ, ਪ੍ਰੀ ਬੋਰਡ ਜਨਵਰੀ 2024 ਦਾ। ਤਾਂ ਇਹ ਜਿਹੜਾ ਤੁਹਾਡਾ ਪੇਪਰ ਆ ਇਹ 80 ਨੰਬਰ ਦਾ ਪੇਪਰ ਆਏਗਾ। 3 ਘੰਟੇ ਦਾ ਤੁਹਾਨੂੰ ਜਿਹੜਾ ਹੈਗਾ ਸਮਾਂ ਮਿਲੇਗਾ। ਅਸੀਂ ਪੂਰਾ ਦਾ ਪੂਰਾ ਜਿਹੜਾ ਪੇਪਰ ਆ ਇਸ ਨੂੰ ਸੋਲਵ ਕਰ ਲਿਆ ਵਾ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਤੇ ਹੁਣ ਚਲੋ ਤੁਹਾਡੀ ਜਿਹੜਾ ਹੈਗਾ ਚੰਗੀ ਤਰ੍ਹਾਂ ਆਪਾਂ ਤਿਆਰੀ ਕਰਾ ਦਿੰਨੇ ਆ। ਤਾਂ ਦੇਖ ਲਓ, ਸਭ ਤੋਂ ਪਹਿਲਾ ਭਾਗ ਊੜਾ ਵਾ। ਪਹਿਲਾ ਪ੍ਰਸ਼ਨ ਹੈ ਕਿ ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ। ਤਾਂ ਇਸ ਦਾ ਜਿਹੜਾ ਹੈਗਾ ਵਾ ਰਾਈਟ ਆਨਸਰ ਆ ਜਾਏਗਾ ਭਾਗ ਊੜੇ ਦਾ। ਸਭ ਤੋਂ ਪਹਿਲਾਂ ਆ ਜਾਏਗਾ ਦੋਸਤੋ ਆਪਣਾ ਆੜਾ ਆਪਸ਼ਨ। ਤਾਂ ਆੜਾ ਆਪਸ਼ਨ ਦੇਖੋ ਦੋਸਤੋ ਕੀ ਹੈ ਕਿ ਲੋੜ ਤੋਂ ਜ਼ਿਆਦਾ ਸਿੰਜਾਈ। ਦੂਸਰਾ ਪ੍ਰਸ਼ਨ ਬੰਬੇ ਹਾਈ ਕੀ ਹੈ। ਤਾਂ ਇਸ ਦਾ ਜਿਹੜਾ ਹੈਗਾ ਵਾ ਰਾਈਟ ਆਨਸਰ ਹੋ ਜਾਏਗਾ ਆਪਣਾ ਆੜਾ ਆਪਸ਼ਨ, ਠੀਕ ਹੈ ਜੀ। ਇਹਦਾ ਵੀ ਜਿਹੜਾ ਹੈਗਾ ਆੜਾ ਆਪਸ਼ਨ ਟਿਕ ਲਾ ਲਓ ਤੁਸੀਂ। ਕੀ ਆ ਜਾਏਗਾ ਇੱਥੇ ਆਪਣਾ ਖਣਿਜ ਤੇਲ ਉਤਪਾਦਕ ਸਥਾਨ ਹੈ ਇਹ ਤੁਹਾਡਾ। ਅੱਗੇ ਹੈ ਸਰਵਜਨਕ ਕਰਜ਼ ਕੀ ਹੈ। ਤਾਂ ਇਸ ਦਾ ਜਿਹੜਾ ਹੈਗਾ ਵਾ ਰਾਈਟ ਆਨਸਰ ਤੁਹਾਡੇ ਸਾਹਮਣੇ ਊੜਾ ਆਪਸ਼ਨ ਹੋਏਗਾ, ਠੀਕ ਹੈ ਜੀ। ਤੇ ਊੜਾ ਆਪਸ਼ਨ ਕੀ ਹੈ ਇੱਥੇ? ਊੜਾ ਆਪਸ਼ਨ ਹੈਗਾ ਆਪਣਾ ਇੱਥੇ ਕਿ ਬਈ ਸਰਕਾਰ ਦੁਆਰਾ ਲਏ ਗਏ ਜਿਹੜੇ ਹੈਗੇ ਆ ਕਰਜ਼ੇ, ਠੀਕ ਹੈ ਜੀ। ਸਰਵਜਨਿਕ ਕਰਜ਼ ਕੀ ਹੁੰਦੇ ਹਨ? ਸਰਕਾਰ ਦੁਆਰਾ ਲਏ ਗਏ ਜਿਹੜੇ ਹੈਗੇ ਆ ਸਾਰੇ ਹੀ ਕਰਜ਼ੇ। ਅੱਗੇ ਹੈ ਦੋਸਤੋ ਆਪਣਾ ਇਹ ਹੋ ਗਿਆ। ਹੁਣ ਹੈਗਾ ਆਪਣਾ ਪ੍ਰਸ਼ਨ ਚੌਥਾ ਪ੍ਰਸ਼ਨ ਸਰਕਾਰ ਦੀ ਮੌਦਰਿਕ ਨੀਤੀ ਦਾ ਸੰਬੰਧ ਕਿਸ ਨਾਲ ਹੈ, ਠੀਕ ਹੈ ਜੀ। ਤਾਂ ਚੌਥੇ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਆ ਜਾਏਗਾ ਈਡੀ ਆਪਸ਼ਨ। ਤਾਂ ਈਡੀ ਆਪਸ਼ਨ ਦੇਖੋ ਦੋਸਤੋ ਕੀ ਹੈ? ਈਡੀ ਆਪਸ਼ਨ ਹੈਗਾ ਦੋਸਤੋ ਮੁਦਰਾ ਦੀ ਮੰਗ ਅਤੇ ਪੂਰਤੀ। ਤੇ ਹੁਣ ਆਪਣਾ ਅਗਲਾ ਪ੍ਰਸ਼ਨ ਹੈ ਕਿ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਪ੍ਰਤੀ 1000 ਪੁਰਸ਼ਾਂ ਪਿੱਛੋਂ ਔਰਤਾਂ ਦੀ ਗਿਣਤੀ ਹੈ ਕਿੰਨੀ। ਤਾਂ ਦੋਸਤੋ ਇਸ ਦਾ ਜਿਹੜਾ ਹੈਗਾ ਰਾਈਟ ਆਨਸਰ ਤਾਂ ਤੁਹਾਡੇ ਆਪਸ਼ਨ ਦੇ ਅਕੋਰਡਿੰਗ ਜੇ ਦੇਖਿਆ ਜਾਏ ਤਾਂ ਆਪਸ਼ਨ ਬਣ ਰਿਹਾ ਵਾ ਯਾਨੀ ਕਿ 895। ਬਟ ਦੋਸਤੋ ਕਿਤੇ ਕਿਤੇ ਨਾ 943 ਵੀ ਦਿੱਤਾ ਹੋਇਆ ਵਾ, ਬਟ ਜਿਹੜਾ ਹੈਗਾ ਆਪਸ਼ਨ ਦੇ ਵਿੱਚ 943 ਕਿਤੇ ਵੀ ਨਹੀਂ ਹੈ। ਤਾਂ ਦੋਸਤੋ ਆਪਾਂ ਜਿਹੜਾ ਹੈਗਾ 895 ਨੂੰ ਹੀ ਟਿਕ ਲਾਵਾਂਗੇ। ਅੱਗੇ ਹੈ ਦੋਸਤੋ ਸਾਲ 2018-19 ਵਿੱਚ ਪ੍ਰਾਥਮਿਕ ਖੇਤਰਾਂ ਦੀ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਸੀ, ਠੀਕ ਹੈ। ਤਾਂ ਦੋਸਤੋ ਇੱਥੇ ਜਿਹੜਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇੱਥੇ ਕੋਈ ਆਪਸ਼ਨ ਨਹੀਂ ਦੱਸਿਆ ਕਿ ਕਿਹੜਾ ਆਪਸ਼ਨ ਸਹੀ ਹੈ, ਕਿਉਂਕਿ ਦੋਸਤੋ ਜਿਹੜਾ ਹੈਗਾ ਵਾ ਆਪਾਂ ਜਦੋਂ ਚੈੱਕ ਕਰਦੇ ਹਾਂ ਇਸ ਨੂੰ ਤਾਂ ਦੋਸਤੋ ਜਦੋਂ ਨੈੱਟ 'ਤੇ ਮੈਂ ਚੈੱਕ ਕੀਤਾ ਸੀ ਨਾ 2.9% ਆ ਰਿਹਾ ਵਾ। ਬਟ ਦੋਸਤੋ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ 2.9% ਕਿਤੇ ਵੀ ਨਹੀਂ ਹੈਗਾ ਵਾ ਇੱਥੇ ਆਪਸ਼ਨ ਦੇ ਵਿੱਚ। ਅਗਰ ਤੁਹਾਨੂੰ ਇਸ ਦਾ ਆਨਸਰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਚੌਥਾ ਪ੍ਰਸ਼ਨ ਪਾ ਕੇ ਆਨਸਰ ਛੇਵਾਂ ਪ੍ਰਸ਼ਨ ਪਾ ਕੇ ਜਿਹੜਾ ਹੈਗਾ ਉਸ ਦਾ ਆਨਸਰ ਲਿਖ ਦੇਵੋ। ਮੈਨੂੰ ਲੱਗਦਾ ਕਿ ਇਹਦਾ ਜਿਹੜਾ ਹੈਗਾ 6% ਹੋ ਸਕਦਾ ਵਾ ਇਹਦਾ, ਠੀਕ ਹੈ ਜੀ। ਅਗਰ ਤੁਹਾਨੂੰ ਕਰੈਕਟ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਤੇ ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ ਕਿ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਜਿਹੜਾ ਹੈਗਾ ਪੁਨਰਗਠਨ ਕਦੋਂ ਕੀਤਾ ਗਿਆ ਸੀ। ਤਾਂ ਦੋਸਤੋ ਇਸ ਦਾ ਜਿਹੜਾ ਹੈਗਾ ਰਾਈਟ ਆਨਸਰ ਆ ਜਾਏਗਾ ਆੜਾ ਆਪਸ਼ਨ। ਤਾਂ ਆੜਾ ਆਪਸ਼ਨ ਦੇਖੋ ਕੀ ਹੈ ਇੱਥੇ? ਆੜਾ ਆਪਸ਼ਨ ਹੈਗਾ ਆਪਣਾ ਇੱਥੇ ਕਿ ਬਈ ਜਿਹੜਾ ਹੈਗਾ ਵਾ 1 ਨਵੰਬਰ 1966 'ਚ। ਅੱਗੇ ਹੈ ਦੋਸਤੋ ਪ੍ਰਸ਼ਨ ਆਪਣਾ ਅਗਲਾ ਵਾ, ਠੀਕ ਹੈ ਜੀ। ਤਾਤਰ ਖਾਨ ਨੂੰ ਪੰਜਾਬ ਦਾ ਨਿਜ਼ਾਮ ਕਿਸ ਨੇ ਬਣਾਇਆ। ਤਾਂ ਇਸ ਦਾ ਜਿਹੜਾ ਹੈਗਾ ਵਾ ਰਾਈਟ ਆਨਸਰ ਆ ਜਾਏਗਾ, ਦੇਖ ਲਓ ਕੀ ਹੈ? ਊੜਾ ਆਪਸ਼ਨ ਜੀ 8ਵੇਂ ਦਾ ਜਿਹੜਾ ਹੈਗਾ ਵਾ ਊੜਾ ਆਪਸ਼ਨ ਆਏਗਾ, ਠੀਕ ਹੈ ਜੀ। ਤਾਂ ਊੜਾ ਆਪਸ਼ਨ ਮਤਲਬ ਦੋਸਤੋ ਇਸੇ ਦੇਖ ਸਕਦੇ ਹੋ ਬਹਿਲੋਲ ਲੋਧੀ। ਨਵਾਂ ਪ੍ਰਸ਼ਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿੱਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਜਿਹੜਾ ਹੈਗਾ ਵਾ ਭੇਜਿਆ। ਤਾਂ ਇਸ ਦਾ ਜਿਹੜਾ ਹੈਗਾ ਰਾਈਟ ਆਨਸਰ ਆ ਜਾਏਗਾ ਸੱਸਾ ਆਪਸ਼ਨ। ਸੱਸਾ ਆਪਸ਼ਨ ਦੋਸਤੋ ਦੇਖ ਲਓ ਕੀ ਹੈ ਇੱਥੇ ਆਪਣਾ, ਹਾਂਜੀ। ਤਾਂ ਇੱਥੇ ਆ ਜਾਏਗਾ ਦੋਸਤੋ ਆਪਣਾ ਬੰਦਾ ਸਿੰਘ ਬਹਾਦਰ। ਅੱਗੇ ਹੈ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ। ਤਾਂ ਇਸ ਦਾ ਜਿਹੜਾ ਹੈਗਾ ਵਾ 10ਵੇਂ ਦਾ ਰਾਈਟ ਆਨਸਰ ਹੋ ਜਾਏਗਾ ਈਡੀ ਆਪਸ਼ਨ। ਤਾਂ ਈਡੀ ਆਪਸ਼ਨ ਦੇਖੋ ਕੀ ਇੱਥੇ? ਈਡੀ ਆਪਸ਼ਨ ਹੈਗਾ ਇੱਥੇ ਆਪਣਾ 1845-46। ਅੱਗੇ ਸਮਾਜਵਾਦੀ ਧਰਮ ਨਿਰਪੱਖ ਅਤੇ ਰਾਸ਼ਟਰ ਦੀ ਅਖੰਡਤਾ ਦੇ ਸ਼ਬਦ ਕਿਸ ਸ਼ੋਧ ਦੁਆਰਾ ਪ੍ਰਸਤਾਵਨਾ ਵਿੱਚ ਜੋੜੇ ਗਏ ਹਨ। ਤਾਂ ਇਸ ਦਾ ਜਿਹੜਾ ਹੈਗਾ ਵਾ ਰਾਈਟ ਆਨਸਰ ਆ ਜਾਏਗਾ 11ਵੇਂ ਦਾ ਈਡੀ ਆਪਸ਼ਨ ਆ ਜਾਏਗਾ ਤੁਹਾਡਾ। ਤਾਂ ਈਡੀ ਆਪਸ਼ਨ ਦੇਖੋ ਕੀ ਇੱਥੇ 42ਵੀਂ। ਅੱਗੇ ਹੈ ਕਿਹੜਾ ਦੇਸ਼ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰ ਨਹੀਂ ਹੈ। ਤਾਂ ਇਹਦਾ ਆਨਸਰ ਜਿਹੜਾ ਹੈਗਾ ਤੁਸੀਂ ਆਹ ਦੇਖ ਸਕਦੇ ਹੋ, ਬੜੀ ਹੀ ਕਨਫਿਊਜ਼ਨ ਸੀ। ਸੱਸਾ ਆਪਸ਼ਨ ਆ ਇਹਦਾ, ਠੀਕ ਹੈ ਜੀ। ਤੇ ਅਗਰ ਤੁਹਾਨੂੰ ਲੱਗਦਾ ਕਿ ਕੁਝ ਹੋਰ ਆਏਗਾ ਭਾਰਤ ਹੀ ਆ ਖੁਦ ਅਗਰ ਸਥਾਈ ਮੈਂਬਰ ਜੋ ਨਹੀਂ ਹੈ, ਬਾਕੀ ਸੰਯੁਕਤ ਰਾਜ ਅਮਰੀਕਾ, ਚੀਨ, ਰੂਸ ਇਹ ਜਿਹੜੇ ਹੈਗੇ ਸਥਾਈ ਮੈਂਬਰ ਨੇ। ਬਟ ਦੋਸਤੋ ਇਹ ਨੌਨ ਪਰਮਾਨੈਂਟ ਮੈਂਬਰ ਆ ਭਾਰਤ। ਤੁਹਾਨੂੰ ਲੱਗਦਾ ਕਿ ਕੋਈ ਹੋਰ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸ ਦੇਣਾ, ਕਿਉਂਕਿ ਦੋਸਤੋ ਦੇਖੋ ਜਦੋਂ ਮੈਂ ਚੈੱਕ ਕੀਤਾ ਤੁਹਾਡੀ ਬੁੱਕ ਦੇ ਵਿੱਚ ਵੀ ਇਹ ਦੇਖੋ ਆਹ ਲਿਖਿਆ ਹੋਇਆ ਦਿਖਾ ਦੇਣਾ। ਆਹ ਦੇਖੋ ਦੋਸਤੋ 10ਵੀਂ ਜਮਾਤ ਦੀ MD ਆ ਸਾਡੇ ਕੋਲ। ਤਾਂ ਇਹਦੇ ਵਿੱਚ ਜਿਹੜਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਕੁਐਸਚਨ ਹੈ ਨਾ ਹੇਠ ਲਿਖਿਆ ਵਿੱਚੋਂ ਕਿਹੜਾ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਨਹੀਂ ਹੈ। ਤਾਂ ਇੱਥੇ ਇਹਨਾਂ ਨੇ C ਆਪਸ਼ਨ ਕਰੈਕਟ ਲਾਇਆ ਵਾ ਇੱਥੇ, ਆ ਦੇਖ ਲਓ C ਆਪਸ਼ਨ ਇੱਥੇ ਲਾਇਆ, ਤਾਂ ਹੀ ਤੁਹਾਨੂੰ ਮੈਂ ਇੱਥੇ C ਆਪਸ਼ਨ ਟਿਕ ਲਵਾਇਆ, ਠੀਕ ਹੈ ਦੋਸਤੋ। ਅਗਰ ਤੁਹਾਨੂੰ ਲੱਗਦਾ ਕਿ ਕੁਝ ਹੋਰ ਆਏਗਾ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸ ਦੇਣਾ।
ਅੱਗੇ ਹੈ ਦੋਸਤੋ ਤੁਹਾਡਾ ਭਾਗ ਆੜਾ ਵਾ 12 ਮਾਰਕਸ ਦੀ ਇਹ ਹੈਗੀ ਆ। ਤਾਂ ਦੇਖੋ ਖਾਲੀ ਥਾਵਾਂ ਸਭ ਤੋਂ ਪਹਿਲਾਂ ਡੈਸ਼ ਕਾਰਨ ਤਾਪਮਾਨ ਵਧਣ ਨਾਲ ਰੇਗਿਸਤਾਨ ਵਰਗੇ ਹਾਲਾਤ ਬਣ ਸਕਦੇ ਹਨ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਹੈਗਾ ਸਾਨੂੰ ਲੱਗਦਾ ਸੀ ਇਹਦਾ ਜਿਹੜਾ ਹੈਗਾ ਰਾਈਟ ਆਨਸਰ ਕੀ ਆਏਗਾ ਦੋਸਤੋ। ਆ ਦੇਖੋ ਮੈਂ ਇਹਨੂੰ ਜ਼ਿਆਦਾ ਕਨਫਰਮ ਤਾਂ ਨਹੀਂ, ਇਹ ਵਾਲਾ ਪ੍ਰਸ਼ਨ ਦਾ ਆਨਸਰ ਵਾਤਾਵਰਣ ਪਤਨ। ਠੀਕ ਹੈ ਜੀ। ਤਾਂ ਮੇਰੇ ਹਿਸਾਬ ਨਾਲ ਦੋਸਤੋ ਇੱਥੇ ਵਾਤਾਵਰਣ ਪਤਨ ਕਾਰਨ ਤਾਪਮਾਨ ਵਧਣ ਨਾਲ ਜਿਹੜਾ ਹੈਗਾ ਰੇਗਿਸਤਾਨ ਵਰਗੇ ਹਾਲਾਤ ਬਣ ਸਕਦੇ ਨੇ। ਅਗਰ ਤੁਹਾਨੂੰ ਲੱਗਦਾ ਕਿ ਕੁਝ ਹੋਰ ਆਏਗਾ ਇੱਥੇ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ, ਕਿਉਂਕਿ ਕਨਫਰਮ ਮੈਨੂੰ ਵੀ ਪੂਰਾ ਨਹੀਂ ਹੈਗਾ ਇਹ ਜਿਹੜਾ ਪ੍ਰਸ਼ਨ ਦਾ ਆਨਸਰ। ਬਾਕੀ ਦੂਸਰਾ ਤੀਸਰਾ ਚਲੋ ਕਰਦੇ ਹਾਂ ਆਪਾਂ, ਇਹਨੂੰ ਤਾਂ ਮੈਂ ਕੀਤਾ ਹੋਇਆ ਪੂਰਾ। ਦੇਖੋ ਸ਼ਬਦ ਅਰਥ ਸ਼ਾਸਤਰ ਡੈਸ਼ ਭਾਸ਼ਾ ਤੋਂ ਲਿਆ ਗਿਆ ਹੈ। ਤਾਂ ਦੋਸਤੋ ਇਹ ਜਿਹੜਾ ਹੈਗਾ ਵਾ ਗਰੀਕ ਦੇ ਵਿੱਚੋਂ ਲਿੱਤਾ ਗਿਆ ਵਾ ਜਾਂ ਫਿਰ ਦੋਸਤੋ ਯੂਨਾਨੀ ਇੰਗਲਿਸ਼ ਦਾ, ਜਿਵੇਂ ਕਿ ਆਪਣੀ ਜਿਹੜਾ ਹੈਗਾ ਵਾ ਜਿਹੜਾ ਗਰੀਕ ਲੈਂਗੁਏਜ ਨੂੰ ਹੀ ਯੂਨਾਨੀ ਕਹਿੰਦੇ ਆ, ਪੰਜਾਬੀ ਦੇ ਵਿੱਚ ਯੂਨਾਨੀ ਕਹਿੰਦੇ ਆ ਤੇ ਇੰਗਲਿਸ਼ ਦੇ ਵਿੱਚ ਉਸ ਨੂੰ ਗਰੀਕ ਕਹਿੰਦੇ ਹਨ। ਠੀਕ ਹੈ ਜੀ। ਤਾਂ ਤੁਸੀਂ ਕੋਈ ਵੀ ਲਿਖ ਸਕਦੇ ਹੋ, ਆਹ ਲਿਖਦੇ ਹੋ ਯੂਨਾਨੀ ਸਹੀ ਰਹੇਗਾ ਤੁਹਾਡੇ ਲਈ। ਠੀਕ ਹੈ ਪੰਜਾਬੀ ਮੀਡੀਅਮ ਦੇ ਵਿਦਿਆਰਥੀ। ਅੱਗੇ ਦੋਸਤੋ ਦੋ ਦਰਿਆਵਾਂ ਦੇ ਵਿਚਾਲੇ ਹਿੱਸੇ ਨੂੰ ਜਿਹੜਾ ਹੈਗਾ ਵਾ ਡੈਸ਼ ਕਹਿੰਦੇ ਹਨ। ਤਾਂ ਇਸ ਦਾ ਜਿਹੜਾ ਹੈਗਾ ਵਾ ਆਨਸਰ ਆ ਜਾਏਗਾ ਦੁਆਬਾ। ਠੀਕ ਹੈ ਜੀ, ਦੁਆਬਾ ਕਹਿੰਦੇ ਹਨ। ਅੱਗੇ ਭਾਰਤੀ ਸੰਵਿਧਾਨ ਵਿੱਚ ਡੈਸ਼ ਅਨੁਸੂਚੀਆਂ ਸ਼ਾਮਿਲ ਹਨ ਜਾਂ ਹਨ। ਤਾਂ ਦੋਸਤੋ ਇੱਥੇ 12 ਅਨੁਸੂਚੀਆਂ ਹਨ। ਅੱਗੇ ਹੈ ਦੋਸਤੋ ਆਪਣਾ ਸਹੀ ਗਲਤ ਦੀ ਚੋਣ ਕਰੋ। ਤਾਂ ਦੇਖੋ ਕੀ ਹੈ 1980 ਤੋਂ ਬਾਅਦ ਹੁਣ ਤੱਕ ਦੇ ਸਮੇਂ ਨੂੰ ਸਿਲੀਕੋਨ ਯੁੱਗ ਕਹਿੰਦੇ ਹਨ। ਤਾਂ ਦੋਸਤੋ ਇਹਦਾ ਵੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਗਲਤ ਹੈ, ਕਿਉਂਕਿ ਦੋਸਤੋ ਇਦਾਂ ਇਨਫੋਰਮੇਸ਼ਨ ਏਜ ਇਸ ਨੂੰ ਕਹਿੰਦੇ ਹਨ। 1900 ਕਿੱਥੇ ਤੱਕ ਲਿਖਿਆ ਸੀਗਾ 1980 ਈਸਵੀ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਨੂੰ ਜਿਹੜਾ ਹੈਗਾ ਸਿਲੀਕੋਨ ਯੁੱਗ ਨਹੀਂ ਕਹਿੰਦੇ ਹਨ। ਠੀਕ ਹੈ ਜੀ। ਅਗਰ ਤੁਹਾਨੂੰ ਲੱਗਦਾ ਕਿ ਸਿਲੀਕੋਨ ਯੁੱਗ ਕਹਿੰਦੇ ਹਨ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ, ਫਿਰ ਮੈਂ ਪਿੰਨ ਕਰ ਦੂੰਗਾ ਤਾਂ ਕਿ ਸਾਰੇ ਹੀ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ। ਬਾਕੀ ਮੇਰੇ ਅਕੋਰਡਿੰਗ ਤਾਂ ਦੋਸਤੋ ਜਿਹੜਾ ਸਿਲੀਕੋਨ ਯੁੱਗ ਨਹੀਂ ਕਹਿੰਦੇ ਹਨ। ਠੀਕ ਹੈ। ਅਗਰ ਤੁਹਾਨੂੰ ਲੱਗਦਾ ਕਿ ਕਹਿੰਦੇ ਹਨ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਤਾਂ ਦੇਖੋ ਅਗਲਾ ਪ੍ਰਸ਼ਨ ਕੀ ਹੈ, ਕੁੱਲ ਘਰੇਲੂ ਉਤਪਾਦ ਆਰਥਿਕਤਾ ਵਿਕਾਸ ਦਾ ਇੱਕ ਚੰਗਾ ਮਾਪਕ ਹੈ। ਤਾਂ ਜੀ ਬਿਲਕੁਲ ਦੋਸਤੋ ਇਹ ਜਿਹੜਾ ਹੈਗਾ ਤੁਹਾਡਾ ਸਹੀ ਆਨਸਰ ਹੈਗਾ ਵਾ। ਅਗਲਾ ਹੈ ਦੋਸਤੋ ਆਪਣਾ ਪ੍ਰਸ਼ਨ, ਪਾਣੀਪਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਨੂੰ ਹੋਈ। ਤਾਂ ਜੀ ਬਿਲਕੁਲ ਦੋਸਤੋ ਇਸੇ ਹੀ ਨੂੰ ਹੀ ਇਹ ਹੋਈ ਸੀ। ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਦੇਖੋ ਕੀ ਹੈ, ਭਾਰਤੀ ਸੰਵਿਧਾਨ ਵਿੱਚ 5 ਤਰ੍ਹਾਂ ਦੇ ਮੌਲਿਕ ਅਧਿਕਾਰ ਹਨ। ਤਾਂ ਜੀ ਨਹੀਂ ਜੀ ਇਹ ਗਲਤ ਹੈ, ਕਿਉਂਕਿ 5 ਨਹੀਂ 6 ਨੇ। ਓਕੇ ਦੋਸਤੋ। ਅਗਲਾ ਹੈਗਾ ਦੋਸਤੋ ਆਪਣਾ ਪ੍ਰਸ਼ਨ, ਹਰੇਕ ਪ੍ਰਸ਼ਨ ਦਾ ਉੱਤਰ ਜਿਹੜਾ ਹੈਗਾ ਇੱਕ ਸ਼ਬਦ ਜਾਂ ਫਿਰ ਇੱਕ ਵਾਕ ਦੇ ਵਿੱਚ ਦਿਓ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, BHEL ਦਾ ਪੂਰਾ ਨਾਮ ਲਿਖੋ। ਠੀਕ ਹੈ ਜੀ। ਤਾਂ ਇਹਦਾ ਆ ਜਾਏਗਾ ਦੋਸਤੋ BHEL ਦਾ ਪੂਰਾ ਨਾਮ ਜਿਹੜਾ ਹੈਗਾ BHEL ਦਾ ਪੂਰਾ ਨਾਮ ਕੀ ਹੈ, ਭਾਰਤੀ ਹੈਵੀ ਇਲੈਕਟ੍ਰੀਕਲ ਲਿਮਿਟਡ। ਠੀਕ ਹੈ। ਅਗਲਾ ਆਪਣਾ ਪ੍ਰਸ਼ਨ ਕੀ ਹੈ, ਨਿੱਜੀ ਖੇਤਰ ਤੋਂ ਕੀ ਭਾਵ ਹੈ ਜਾਂ ਫਿਰ ਨਿੱਜੀ ਖੇਤਰ ਕੀ ਹੈ। ਤਾਂ ਦੇਖੋ ਦੋਸਤੋ ਨਿੱਜੀ ਖੇਤਰ ਕੀ ਹੈ, ਨਿੱਜੀ ਖੇਤਰ ਉਹ ਖੇਤਰ ਹੁੰਦਾ ਹੈ ਜਿਸ ਤੇ ਨਿੱਜੀ ਲੋਕਾਂ ਦੀ ਮਾਲਕੀ ਹੁੰਦੀ ਹੈ। ਅਗਲਾ ਪ੍ਰਸ਼ਨ ਕਿ ਬਈ ਤੁਹਾਡਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਜਿਹੜਾ ਹੈਗਾ ਵਾ ਕੌਣ ਬਣਿਆ। ਤਾਂ ਇਸ ਦਾ ਆਨਸਰ ਆ ਜਾਏਗਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਅਗਲਾ ਪ੍ਰਸ਼ਨ, ਪੰਚਸ਼ੀਲ ਤੋਂ ਤੁਹਾਡਾ ਕੀ ਭਾਵ ਹੈ। ਤਾਂ ਪੰਚਸ਼ੀਲ ਤੋਂ ਤੁਹਾਡਾ ਕੀ ਭਾਵ ਹੈ ਦੇਖ ਲਓ ਆਨਸਰ। ਅਪ੍ਰੈਲ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਜਾਓ ਲਾਈ ਨੇ ਜੋ 5 ਸਿਧਾਂਤ ਪ੍ਰਵਾਨ ਕੀਤੇ ਹਨ ਉਹਨਾਂ ਨੂੰ ਸਮੂਹਿਕ ਤੌਰ ਤੇ ਪੰਚਸ਼ੀਲ ਆਖਦੇ ਹਨ। ਅਗਲਾ ਹੁਣ ਆਪਣਾ ਪ੍ਰਸ਼ਨ ਭਾਗ ਈੜੀ ਹੈ, 24 ਮਾਰਕਸ ਦੀ ਇਹ ਤੁਹਾਨੂੰ ਆਉਣੀ ਆ। ਤਾਂ ਦੇਖੋ ਕੀ ਹੈ, ਸੁੰਦਰਬਨ ਤੇ ਨੋਟ ਲਿਖੋ। ਸੁੰਦਰਬਨ, ਤਾਂ ਦੇਖੋ ਕੀ ਹੈ, ਸੁੰਦਰਬਨ ਦਾ ਜਿਹੜਾ ਹੈਗਾ ਵਾ ਗੰਗਾ ਬ੍ਰਹਮਪੁੱਤਰਾ ਡੈਲਟਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ। ਠੀਕ ਹੈ। ਇਸ ਨੂੰ ਸੁੰਦਰਬਨ ਡੈਲਟਾ ਵੀ ਜਿਹੜਾ ਹੈਗਾ ਵਾ ਸੁੰਦਰਬਨ ਡੈਲਟਾ, ਗੰਗਾ ਡੈਲਟਾ ਤੇ ਬ੍ਰਹਮਪੁੱਤਰਾ ਡੈਲਟਾ ਜਾਂ ਫਿਰ ਬੰਗਾਲ ਡੈਲਟਾ ਵਜੋਂ ਵੀ ਜਾਣਿਆ ਜਾਂਦਾ ਹੈ। ਸੁੰਦਰਬਨ ਡੈਲਟਾ ਵਿਸ਼ਵ ਵਿਆਪੀ ਮਹੱਤਵ ਰੱਖਦਾ ਹੈ। ਰਾਇਲ ਬੰਗਾਲ ਟਾਈਗਰ ਇੱਥੇ ਪਾਇਆ ਜਾਣ ਵਾਲਾ ਪ੍ਰਮੁੱਖ ਜਾਨਵਰ ਹੈ। ਇਸ ਦਾ ਖੇਤਰਫਲ 9630 ਵਰਗ ਕਿਲੋਮੀਟਰ ਹੈ। ਦੁਨੀਆ ਦਾ ਇਹ ਇੱਕੋ ਇੱਕ ਜਿਹੜਾ ਹੈਗਾ ਵਾ ਮੈਂਗਰੋਵ ਨਿਵਾਸ ਸਥਾਨ ਹੈ। ਤਾਂ ਇਹ ਤੁਹਾਡਾ ਹੋ ਗਿਆ ਸੁੰਦਰਬਨ ਉੱਤੇ ਜਿਹੜਾ ਇਹਨਾਂ ਨੇ ਨੋਟ ਲਿਖਣ ਨੂੰ ਕਿਹਾ ਸੀ। ਅੱਗੇ ਦੋਸਤੋ ਆਪਣਾ ਸਰਹੱਦੀ ਸੜਕਾਂ ਦਾ ਜਿਹੜਾ ਹੈਗਾ ਮਹੱਤਵ ਕੀ ਹੁੰਦਾ ਹੈ। ਠੀਕ ਹੈ ਜੀ। ਸਰਹੱਦੀ ਸੜਕਾਂ ਦਾ ਮਹੱਤਵ ਤਾਂ ਦੇਖੋ ਦੋਸਤੋ ਕੀ ਹੈ, ਭਾਰਤ ਦੇ ਸਰਹੱਦੀ ਭਾਗਾਂ ਵਿੱਚ ਸੜਕਾਂ ਦੀ ਉਸਾਰੀ ਦਾ ਕੰਮ ਸਰਹੱਦੀ ਸੜਕ ਸੰਗਠਨ ਵੱਲੋਂ ਕੀਤਾ ਜਾਂਦਾ ਹੈ। ਭਾਰਤ ਦੀ ਸਰਹੱਦ ਜਿਹੜੀ ਹੈਗੀ ਆ ਗੁਜਰਾਤ ਤੋਂ ਲੈ ਕੇ ਜੰਮੂ ਕਸ਼ਮੀਰ ਅਤੇ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਤ੍ਰਿਪੁਰਾ ਤੱਕ ਫੈਲੀ ਹੋਈ ਹੈ। ਇਸ ਸਰਹੱਦੀ ਖੇਤਰ ਵਿੱਚ ਧਰਤਾਲ ਜਿਹੜਾ ਹੈਗਾ ਬਹੁਤ ਹੀ ਦੁਰਗਮ ਅਤੇ ਉੱਚਾ ਨੀਵਾਂ ਹੈ। ਜਲਵਾਯੂ ਹਾਲਾਤ ਵੀ ਜਿਹੜੀ ਹੈਗੇ ਨੇ ਅਢੁਕਵੀਆਂ ਹਨ। ਇਸ ਕਠਿਨ ਵਾਤਾਵਰਣ ਵਿੱਚ ਫੌਜੀ ਜਵਾਨ ਦਿਨ ਰਾਤ ਸਰਹੱਦ ਦੇ ਸੁਰੱਖਿਆ ਕੰਮ ਵਿੱਚ ਲੱਗੇ ਰਹਿੰਦੇ ਹਨ। ਇਹਨਾਂ ਨੂੰ ਖਾਣ ਪੀਣ ਦੀ ਵਸਤਾਂ ਅਤੇ ਹੋਰ ਸਮਾਨ ਪਹੁੰਚਾਉਣ ਲਈ ਸਰਹੱਦੀ ਮਾਰਗ ਬਹੁਤ ਹੀ ਸਹਾਈ ਹਨ। ਇਹਨਾਂ ਸੜਕ ਮਾਰਗਾਂ ਤੋਂ ਬਗੈਰ ਭਾਰਤ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ। ਇਹ ਤੁਹਾਡਾ ਹੋ ਗਿਆ। ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ, ਈ ਬੈਂਕਿੰਗ ਕੀ ਹੈ। ਠੀਕ ਹੈ ਜੀ। ਈ ਬੈਂਕਿੰਗ
ਕੀ ਹੈ? ਤਾਂ ਇਕਨੋਮਿਕਸ ਦਾ ਇਹ ਤੁਹਾਡਾ ਪ੍ਰਸ਼ਨ ਆ। ਤਾਂ ਦੇਖੋ ਕੀ ਹੈ, ਈ ਬੈਂਕਿੰਗ ਇੱਕ ਇਲੈਕਟ੍ਰੋਨਿਕ ਭੁਗਤਾਨ ਪ੍ਰਣਾਲੀ ਹੈ ਜੋ ਇੱਕ ਬੈਂਕ ਜਾਂ ਫਿਰ ਇੱਕ ਹੋਰ ਵਿਅਕਤੀ ਜਿਹੜੀ ਹੈਗੀ ਆ ਵਿੱਤੀ ਸੰਸਥਾਵਾਂ ਦੇ ਗਾਹਕ ਨੂੰ ਵਿੱਤੀ ਸੰਸਥਾ ਦੀ ਵੈਬਸਾਈਟ ਦੁਆਰਾ ਲੈਣ ਦੇਣ ਕਰਨ ਦੇ ਯੋਗ ਬਣਾਉਂਦੀ ਹੈ। ਈ ਬੈਂਕਿੰਗ ਵਿੱਚ ATM, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇੰਟਰਨੈਟ ਬੈਂਕਿੰਗ, ਮੋਬਾਈਲ ਬੈਂਕਿੰਗ ਆਦਿ ਸ਼ਾਮਿਲ ਕੀਤੇ ਜਾਂਦੇ ਹਨ। ਅੱਗੇ ਹੈ ਆਪਣਾ ਪ੍ਰਸ਼ਨ, ਵਿਸ਼ਵੀਕਰਨ ਦਾ ਦੇਸ਼ ਦੇ ਵਿਚਲੇ ਜਿਹੜੇ ਛੋਟੇ ਉਤਪਾਦਕ 'ਤੇ ਕੀ ਪ੍ਰਭਾਵ ਪਿਆ? ਤਾਂ ਇਸ ਦਾ ਆਨਸਰ ਦੇਖੋ ਆ ਰਿਹਾ, ਵਿਸ਼ਵੀਕਰਨ ਦੀ ਨੀਤੀ ਨੇ ਛੋਟੇ ਉਤਪਾਦਕਾਂ ਅਤੇ ਵਪਾਰੀਆਂ 'ਤੇ ਮਾੜਾ ਪ੍ਰਭਾਵ ਪਾਇਆ। ਅਜਿਹੇ ਕਈ ਘਰੇਲੂ ਉਤਪਾਦਨ ਜਿਨ੍ਹਾਂ ਦੇ ਉਤਪਾਦ ਆਯਾਤ ਕੀਤੇ ਜਾਣ ਵਾਲੀਆਂ ਵਸਤੂਆਂ ਉਸ ਵਰਗੇ ਹੀ ਸਨ, ਠੀਕ ਹੈ ਜੀ, ਤਾਂ ਉਹ ਉਤਪਾਦਕ ਆਪਣੇ ਉਤਪਾਦਨ ਦੀ ਗੁਣਵੱਤਾ ਵਿੱਚ ਆਯਾਤ ਕੀਤੀਆਂ ਜਾਂਦੀਆਂ ਵਸਤੂਆਂ ਦਾ ਮੁਕਾਬਲਾ ਨਹੀਂ ਕਰ ਸਕੇ, ਤਾਂ ਨਤੀਜੇ ਵਜੋਂ ਇਹਨਾਂ ਨੂੰ ਆਪਣਾ ਕਾਰੋਬਾਰ ਹੱਥੋਂ ਧੋਣੇ ਪਏ। ਅਗਲਾ ਪ੍ਰਸ਼ਨ ਕੀ ਹੈ ਤੁਹਾਡਾ ਕਿ ਬਈ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਜਿਹੜਾ ਹੈਗਾ ਵਾ ਵੇਰਵਾ ਦਿਓ। ਤਾਂ ਦੋਸਤੋ ਦੇਖੋ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ। ਤਾਂ 1522 ਈਸਵੀ ਦੇ ਲਗਭਗ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇੱਕ ਨਵਾਂ ਸ਼ਹਿਰ ਵਸਾਇਆ। ਇਸ ਸ਼ਹਿਰ ਦਾ ਨਾਮ ਕਰਤਾਰਪੁਰ ਭਾਵ ਪਰਮਾਤਮਾ ਦਾ ਸ਼ਹਿਰ ਸੀ। ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ ਕੰਮ। ਤਾਂ ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਤੇ ਵਾਰ ਮਲਾਰ, ਵਾਰ ਮਾਝ, ਵਾਰ ਆਸਾ, ਜਪਜੀ, ਪੱਟੀ, ਦੱਖਣੀ, ਓਂਕਾਰ, 12 ਮਾਹ ਆਦਿ ਬਾਣੀਆਂ ਦੀ ਰਚਨਾ ਕੀਤੀ। ਕਰਤਾਰਪੁਰ ਵਿੱਚ ਉਹਨਾਂ ਨੇ ਸੰਗਤ ਅਤੇ ਪੰਗਤ ਦੀ ਜਿਹੜੀ ਹੈਗੀ ਆ ਸੰਸਥਾ ਦਾ ਵਿਕਾਸ ਕੀਤਾ। ਕੁਝ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਜਿਹੜਾ ਹੈਗਾ ਵਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਭਾਈ ਲਹਿਣਾ ਜੀ ਸਿੱਖਾਂ ਦੇ ਜਿਹੜੇ ਹੈਗੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਿਹੜੇ ਹੈਗੇ ਆ ਪ੍ਰਸਿੱਧ ਹੋਏ ਅੱਗੇ, ਠੀਕ ਹੈ ਜੀ। ਤੇ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ। ਅੱਗੇ ਹੈ ਆਪਣਾ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤੀਆਂ ਵਿੱਚ ਕੀ ਸੁਧਾਰ ਕੀਤੇ? ਤਾਂ ਦੋਸਤੋ ਦੇਖੋ ਆਨਸਰ ਕੀ ਹੈ, ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਵਿੱਚ ਜਾਤੀ ਮਤਭੇਦ ਦਾ ਰੋਗ ਇੰਨਾ ਵੱਧ ਚੁੱਕਾ ਸੀ ਕਿ ਲੋਕ ਆਪਣੀ ਜਾਤੀ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਮੰਨਣ ਲੱਗੇ। ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ ਰਿਵਾਜ ਲੋਕਾਂ ਵਿੱਚ ਫੁੱਟ ਪਾਉਂਦੇ ਹਨ, ਇਸ ਲਈ ਉਹਨਾਂ ਨੇ ਸਿੱਖਾਂ ਨੂੰ ਜਾਤੀ ਮਤਭੇਦ ਭੁਲਾ ਕੇ ਅੰਤਰ ਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ। ਉਹਨਾਂ ਨੇ ਵਿਆਹ ਦੀਆਂ ਰਸਮਾਂ ਵਿੱਚ ਸੁਧਾਰ ਕੀਤਾ। ਉਹਨਾਂ ਨੇ ਵਿਆਹ ਦੇ ਸਮੇਂ ਫੇਰਿਆਂ ਦੀ ਰਸਮਾਂ ਦੀ ਥਾਂ ਜਿਹੜੀ ਹੈ ਲਾਵਾ ਦੀ ਪ੍ਰਥਾ ਵੀ ਜਿਹੜੀ ਹੈਗੀ ਆ ਸ਼ੁਰੂ ਕੀਤੀ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਕਿ ਸਿੰਧ ਦੀ ਸਮੱਸਿਆ ਦੇ ਪ੍ਰਸ਼ਨ ਬਾਰੇ ਦੱਸੋ। ਸਿੰਧ ਦੀ ਸਮੱਸਿਆ ਦੇ ਪ੍ਰਸ਼ਨ ਬਾਰੇ ਦੱਸੋ। ਤਾਂ ਦੇਖੋ ਕੀ ਹੈ, ਸਿੰਧ ਪੰਜਾਬ ਦੇ ਜਿਹੜੇ ਹੈਗੇ ਦੱਖਣ ਪੱਛਮ ਵਿੱਚ ਸਥਿਤ ਬਹੁਤ ਹੀ ਮਹੱਤਵਪੂਰਨ ਪ੍ਰਦੇਸ਼ ਹੈ। ਸਿੰਧ ਦੇ ਆਲੇ ਦੁਆਲੇ ਦੇ ਪ੍ਰਦੇਸ਼ਾਂ ਨੂੰ ਜਿੱਤਣ ਪਿੱਛੋਂ 1830-31 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫੈਸਲਾ ਕੀਤਾ, ਪਰ ਭਾਰਤ ਦੇ ਗਵਰਨਰ ਜਨਰਲ ਨੇ ਮਹਾਰਾਜੇ ਦੀ ਇਸ ਜਿੱਤ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਸੰਬੰਧ ਵਿੱਚ ਉਸਨੇ ਜਿਹੜਾ ਹੈਗਾ ਰੋਪੜ ਵਿਖੇ ਉਸ ਨਾਲ ਮੁਲਾਕਾਤ ਕੀਤੀ ਜੋ 26 ਅਕਤੂਬਰ 1831 ਵਿੱਚ ਹੋਈ। ਦੂਸਰੇ ਪਾਸੇ ਉਸਨੇ ਕਰਨਲ ਪੋਟਿੰਗਰ ਨੂੰ ਜਿਹੜਾ ਹੈਗਾ ਸਿੰਧ ਦੇ ਅਮੀਰਾਂ ਨਾਲ ਵਪਾਰ ਕਰਨ ਸੰਬੰਧੀ ਜਿਹੜਾ ਹੈਗਾ ਵਾ ਸੰਧੀ ਕਰਨ ਲਈ ਭੇਜ ਦਿੱਤਾ। ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਦੁੱਖ ਹੋਇਆ। ਸਿੱਟੇ ਵਜੋਂ ਅੰਗਰੇਜ਼ ਸਿੱਖਾਂ ਦੇ ਸੰਬੰਧ ਵਿੱਚ ਤਣਾਅ ਪੈਦਾ ਹੋਣ ਲੱਗਾ। ਅੱਗੇ ਹੈ ਆਪਣਾ ਦੋਸਤੋ ਕਿ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ। ਦੋਸਤੋ ਦੇਖੋ ਤਾਂ ਕੇਂਦਰ ਵਾਂਗਾ ਰਾਜ ਵਿੱਚ ਵੀ ਸ਼ਾਸਨ ਦੀ ਸੰਸਦ ਪ੍ਰਣਾਲੀ ਅਪਣਾਈ ਗਈ ਹੈ, ਠੀਕ ਹੈ। ਰਾਜਪਾਲ ਨਾ ਮਾਤਰ ਦਾ ਮੁਖੀ ਹੁੰਦਾ ਹੈ, ਉਸ ਦੀ ਮਦਦ ਅਤੇ ਸਲਾਹ ਲਈ ਮੁੱਖ ਮੰਤਰੀ ਤੇ ਉਸ ਦਾ ਮੰਤਰੀ ਮੰਡਲ ਹੁੰਦਾ ਹੈ। ਮੰਤਰੀ ਮੰਡਲ ਰਾਜ ਦੀ ਅਸਲੀ ਕਾਰਜਪਾਲਿਕਾ ਹੁੰਦੀ ਹੈ। ਰਾਜਪਾਲ ਵਿਧਾਨ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ। ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਜਿਹੜਾ ਹੈਗਾ ਦੂਸਰੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ। ਰਾਜਪਾਲ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਸੂਚੀ ਵਿੱਚ ਨਾ ਤਾਂ ਆਪਣੀ ਮਰਜ਼ੀ ਨਾਲ ਕੋਈ ਜੋੜ ਸਕਦਾ ਹੈ ਅਤੇ ਨਾ ਹੀ ਜਿਹੜਾ ਹੈਗਾ ਸੂਚੀ ਵਿੱਚ ਦਿੱਤੇ ਗਏ ਨਾਵਾਂ ਤੋਂ ਕਿਸੇ ਦਾ ਨਾਮ ਜਿਹੜਾ ਹੈਗਾ ਵਾ ਕੱਟ ਸਕਦਾ ਹੈ। ਰਾਜਪਾਲ ਮੁੱਖ ਮੰਤਰੀ ਵੱਲੋਂ ਜਿਹੜਾ ਹੈਗਾ ਦਿੱਤੀ ਗਈ ਸੂਚੀ ਵਿੱਚ ਕੋਈ ਵੀ ਨਾਮ ਆਪਣੀ ਮਰਜ਼ੀ ਨਾਲ ਨਹੀਂ ਕੱਟ ਸਕਦਾ ਵਾ ਅਤੇ ਨਾ ਹੀ ਸੂਚੀ ਵਿੱਚ ਜਿਹੜਾ ਹੈਗਾ ਕੋਈ ਨਵਾਂ ਨਾਮ ਜੋੜ ਸਕਦਾ ਹੈ, ਠੀਕ ਹੈ ਜੀ। ਅੱਗੇ ਹੈ ਦੋਸਤੋ ਭਾਗ ਸੱਸਾ ਵਾ ਤੁਹਾਡੇ, ਠੀਕ ਹੈ ਜੀ। ਆਹ ਵੱਡੇ ਪ੍ਰਸ਼ਨਾਂ ਵਾਲੇ ਉੱਤਰ ਨੇ। ਤਾਂ ਦੇਖੋ ਕੀ ਹੈ 20 ਮਾਰਕਸ ਦੇ ਹੋਣਗੇ। ਰਵਾਇਤੀ ਵਰਖਾ ਜਲ ਪ੍ਰਬੰਧਨ ਨੂੰ ਅਜੋਕੇ ਸਮੇਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਆਨਸਰ ਦੇਖੋ ਇਹਦਾ ਦੋਸਤੋ ਕੀ ਹੈ, ਤਾਂ ਦੇਖੋ ਵਰਖਾ ਦੇ ਪਾਣੀ ਨੂੰ ਰਵਾਇਤੀ ਤਰੀਕਿਆਂ ਜਿਵੇਂ ਕਿ ਛੱਤਾਂ ਉੱਪਰ ਮੌਜੂਦ ਪਾਣੀ ਨੂੰ ਪਾਈਪਾਂ ਦੀ ਸਹਾਇਤਾ ਨਾਲ ਜਿਹੜਾ ਹੈਗਾ ਵਾ ਜ਼ਮੀਨ ਦੋਜ ਟੈਂਕਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਜਾਂ ਫਿਰ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਬਣੀਆਂ ਟੈਂਕੀਆਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਤਾਮਿਲਨਾਡੂ ਰਾਜ ਵਿੱਚ ਹਰ ਘਰ ਦੀ ਛੱਤ ਉੱਪਰ ਮੀਂਹ ਜਲ ਸੰਭਾਲ ਕੇਂਦਰ ਸਥਾਪਿਤ ਕਰਨਾ ਲਾਜ਼ਮੀ ਕੀਤਾ ਹੈ, ਠੀਕ ਹੈ ਜੀ। ਤੇ ਮਾਂ ਸਿੰਨ
ਰਮ ਦੇ ਜਿਹੜਾ ਹੈਗਾ ਵਾ ਮਾਸਿਨਰਮ ਦੇ ਸ਼ਹਿਰ ਜਿਹੜਾ ਹੈਗਾ ਆਪਣਾ ਗੇਂਦਾ ਧੂਰ, ਜਿੱਥੇ ਸਾਲਾਨਾ 1000 ਜਿਹੜਾ ਹੈਗਾ ਵਾ ਮਿਲੀਮੀਟਰ ਮੀਂਹ ਪੈਂਦਾ ਹੈ, ਉੱਥੇ 80% ਜਲ ਦੀ ਸੰਭਾਲ ਕੀਤੀ ਜਾ ਰਹੀ ਹੈ। ਮੇਘਾਲਿਆ ਵਿੱਚ ਵਰਖਾ ਜਲ ਪ੍ਰਬੰਧਨ ਲਈ ਬਾਂਸ ਦੀ ਜਿਹੜੀ ਹੈਗੀ ਟਹਿਣੀ ਨੂੰ ਪਾਈਪ ਦੀ ਤਰ੍ਹਾਂ ਵਰਤ ਕੇ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ। ਠੀਕ ਹੈ ਜੀ। ਖੁੱਲੀਆਂ ਭਾਈਚਾਰਕ ਜ਼ਮੀਨਾਂ ਤੋਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਇਸ ਨੂੰ ਨਕਲੀ ਖੂਹਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਵਾ ਕਿ ਬਹੁ ਮੰਤਰੀ, ਬਸ ਇੱਥੇ ਤੱਕ ਹੀ ਲਿਖਣਾ ਵਾ ਤੁਸੀਂ ਦੋਸਤੋ। ਆ ਤਾਂ ਦੂਸਰਾ ਪ੍ਰਸ਼ਨ ਆ ਗਿਆ ਤੁਹਾਡਾ ਬਹੁ ਮੰਤਰੀ ਪ੍ਰੋਜੈਕਟਾਂ ਦਾ, ਇਹ ਨਹੀਂ ਕਰਨਾ ਹੈਗਾ ਤੁਸੀਂ, ਬਸ ਇੰਨਾ ਕਾ ਹੀ ਇਸ ਦਾ ਆਨਸਰ ਜਿਹੜਾ ਹੈਗਾ ਵਾ ਲਿਖਣਾ ਵਾ, ਇੱਥੋਂ ਤੋਂ ਲੈ ਕੇ ਇੱਥੇ ਤੱਕ। ਠੀਕ ਹੈ ਜੀ। ਆਹੀ ਤੁਹਾਡਾ ਆਨਸਰ ਹੈਗਾ ਵਾ, ਇੰਨਾ ਹੀ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਹੈ ਕਿ ਭਾਰਤ ਵਿੱਚ ਕਪਾਹ ਦੇ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ। ਤਾਂ ਚਲੋ ਦੇਖੋ ਆਨਸਰ ਇਸ ਦਾ ਕੀ ਹੈ ਆ ਰਿਹਾ, ਦੇਸ਼ ਵਿੱਚ ਜਾਂ ਫਿਰ ਭਾਰਤ ਵਿੱਚ ਕਪਾਹ ਦੇ ਉਤਪਾਦਨ ਬਾਰੇ ਵਿਸਥਾਰਪੂਰਵਕ। ਤਾਂ ਦੇਖੋ ਭਾਰਤ ਕਪਾਹ ਦੇ ਜਿਹੜਾ ਹੈਗਾ ਵਾ ਪੌਦੇ ਦਾ ਮੁੱਲ ਸਥਾਨ ਹੈ। ਸਿੰਧ ਘਾਟੀ ਦੀ ਸਭਿਅਤਾ ਦੇ ਅਧੀਨ ਇਸ ਗੱਲ ਦੇ ਪ੍ਰਮਾਣ ਮਿਲੇ ਹਨ ਕਿ ਉਸ ਸਮੇਂ ਵੀ ਕਪਾਹ ਦੀ ਪੈਦਾਵਾਰ ਹੁੰਦੀ ਸੀ। ਉਸ ਕਾਲ ਵਿੱਚ ਇੱਥੇ ਤੱਕ ਦੀ ਜਿਹੜੀ ਹੈਗਾ ਕਪਾਹ ਨੂੰ ਜਿਹੜਾ ਹੈਗਾ ਵਾ ਬੇਬੀਲੋਨ ਦੇ ਲੋਕ ਸਿੰਧ ਅਤੇ ਯੂਨਾਨੀ ਇਸ ਨੂੰ ਜਿਹੜਾ ਹੈਗਾ ਸਿੰਧਾ ਦੇ ਨਾਮ ਨਾਲ ਪੁਕਾਰਦੇ ਸਨ। ਦੇਸ਼ ਵਿੱਚ ਕਪਾਹ ਉਤਪਾਦਨ ਦਾ ਵਰਣਨ ਜਿਹੜਾ ਹੈਗਾ ਇਸ ਤਰ੍ਹਾਂ ਹੈ। ਠੀਕ ਹੈ। ਕਿਸ ਤਰ੍ਹਾਂ ਹੈ? ਇਸ ਤਰ੍ਹਾਂ ਹੈ। ਤਾਂ ਦੇਖੋ ਕਪਾਹ ਲੰਬੇ, ਦਰਮਿਆਨੇ ਅਤੇ ਛੋਟੇ ਰੇਸ਼ਿਆਂ ਵਾਲੇ ਹੁੰਦੇ ਹਨ। ਭਾਰਤ ਵਿੱਚ ਮੁੱਖ ਤੌਰ ਤੇ ਦਰਮਿਆਨੇ ਅਤੇ ਛੋਟੇ ਰੇਸ਼ੇ ਵਾਲੇ ਕਪਾਹ ਉਗਾਈ ਜਾਂਦੀ ਹੈ। ਲੰਬੇ ਰੇਸ਼ੇ ਵਾਲੀ ਕਪਾਹ ਸਿਰਫ ਪੰਜਾਬ ਅਤੇ ਹਰਿਆਣਾ ਵਿੱਚ ਹੀ ਪੈਦਾ ਹੁੰਦੀ ਹੈ। ਪਹਿਲਾ ਪੁਆਇੰਟ, ਕਪਾਹ ਦੱਖਣ ਦੇ ਕਾਲੀ ਮਿੱਟੀ ਵਾਲੇ ਖੁਸ਼ਕ ਭਾਗਾਂ ਵਿੱਚ ਖੂਬ ਉਗਦੀ ਹੈ। ਗੁਜਰਾਤ ਅਤੇ ਮਹਾਰਾਸ਼ਟਰ ਦੇ ਦੋ ਮੁੱਖ ਕਪਾਹ ਉਤਪਾਦਕ ਰਾਜ ਹਨ। ਮਹਾਰਾਸ਼ਟਰ ਵਿੱਚ ਕਪਾਹ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ। ਦੂਜੇ ਸਥਾਨ ਤੇ ਗੁਜਰਾਤ ਅਤੇ ਤੀਜੇ ਸਥਾਨ ਤੇ ਪੰਜਾਬ ਦਾ ਨਾਂ ਆਉਂਦਾ ਹੈ। ਅੱਗੇ ਰਾਜਸਥਾਨ, ਦੂਸਰਾ ਪੁਆਇੰਟ, ਰਾਜਸਥਾਨ, ਕਰਨਾਟਕਾ ਅਤੇ ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਹੋਰ ਕਪਾਹ ਉਤਪਾਦਕ ਰਾਜ ਹਨ। ਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਕਪਾਹ ਦਾ ਉਤਪਾਦਨ ਖੇਤਰ ਨਿਰੰਤਰ ਵਧ ਰਿਹਾ ਹੈ। ਸਿੱਟੇ ਵਜੋਂ ਕਪਾਹ ਦੇ ਉਤਪਾਦਨ ਵਿੱਚ ਵੀ ਵਾਧਾ ਹੋਇਆ ਹੈ। ਇਸ ਸਮੇਂ ਪੰਜਾਬ ਵਿੱਚ ਕਪਾਹ 17 ਲੱਖ ਤੋਂ ਵੱਧ ਜਿਹੜਾ ਹੈਗਾ ਵਾ 17 ਲੱਖ ਤੋਂ ਵੀ ਵੱਧ ਗੰਢਾਂ ਦਾ ਉਤਪਾਦਨ ਜਿਹੜਾ ਹੈਗਾ ਵਾ ਹੁੰਦਾ ਹੈ। ਸਾਲ 2000 ਤੇ 2001 ਵਿੱਚ ਦੇਸ਼ਾਂ ਵਿੱਚ 86 ਲੱਖ ਹੈਕਟੇਅਰ ਭੂਮੀ ਦੀ ਕਪਾਹ ਦੀ ਖੇਤੀ ਕੀਤੀ ਗਈ। ਇਸ ਸਾਲ ਕੁੱਲ ਜਿਹੜਾ ਹੈਗਾ 97 ਲੱਖ ਗੰਢਾਂ ਦਾ ਉਤਪਾਦਨ ਹੋਇਆ। ਇਹਨਾਂ ਵਿੱਚੋਂ ਹਰੇਕ ਗੰਢਾ ਦਾ ਵਜ਼ਨ 170 ਕਿਲੋਗ੍ਰਾਮ ਸੀ। ਅੱਗੇ ਹੈ ਪੰਜਵਾਂ ਪੁਆਇੰਟ, ਕਪਾਹ ਦੇ ਉਤਪਾਦਨ ਵਿੱਚ ਉਤਾਰ ਚੜਾਅ ਕਾਫੀ ਹੁੰਦਾ ਹੈ। ਇਸ ਕਾਰਨ ਜਿਹੜਾ ਹੈਗਾ ਵਾ ਫਸਲ ਵਿੱਚ ਹੋਣ ਵਾਲੀਆਂ ਬਿਮਾਰੀਆਂ ਹਨ। ਠੀਕ ਹੈ ਜੀ। ਕਪਾਹ ਦੇ ਮੁੱਲ ਵਿੱਚ ਹੋਣ ਵਾਲੇ ਪਰਿਵਰਤਨਾਂ ਨਾਲ ਕਪਾਹ ਦੇ ਉਤਪਾਦਨ ਵਿੱਚ ਉਤਾਰ ਚੜਾਅ ਜਿਹੜਾ ਹੈਗਾ ਵਾ ਰਹਿੰਦਾ ਹੈ। ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ, ਇਸ਼ਤਿਹਾਰ ਭਰੋਸੇਯੋਗ ਹੁੰਦੇ ਹਨ? ਉਦਾਹਰਣ ਸਹਿਤ ਜਿਹੜਾ ਹੈਗਾ ਵਾ ਵਿਆਖਿਆ ਕਰੋ। ਤਾਂ ਦੇਖੋ ਆਹੀ ਤੁਹਾਡਾ ਪ੍ਰਸ਼ਨ ਹੈ ਸੇਮ। ਤਾਂ ਦੇਖੋ ਕਿ ਨਹੀਂ, ਸਾਰੇ ਇਸ਼ਤਿਹਾਰ ਭਰੋਸੇਯੋਗ ਨਹੀਂ ਹੁੰਦੇ ਹਨ, ਕਿਉਂਕਿ ਕਈ ਕੰਪਨੀਆਂ ਅਜਿਹੀਆਂ ਹੋ ਸਕਦੀਆਂ ਹਨ ਜੋ ਗਾਹਕ ਨਾਲ ਧੋਖੇਬਾਜ਼ੀ ਕਰਦੀਆਂ ਹਨ। ਕੰਪਨੀਆਂ ਇਸ਼ਤਿਹਾਰ ਦਿੰਦੀਆਂ ਹਨ ਕਿ ਉਹਨਾਂ ਦਾ ਉਤਪਾਦ ਜਿਹੜਾ ਹੈਗਾ ਬੱਚਿਆਂ ਦੇ ਖਾਣ ਲਈ ਸਿਹਤਮੰਦ ਹੈ। ਅਸਲ ਵਿੱਚ ਉਹ ਬੱਚਿਆਂ ਲਈ ਸਿਹਤਮੰਦ ਨਹੀਂ ਹੁੰਦਾ ਹੈ। ਕਈ ਵਾਰੀ ਇੱਕ ਮੋਬਾਈਲ ਨੈਟਵਰਕ ਕੰਪਨੀ ਸਭ ਤੋਂ ਤੇਜ਼ ਨੈਟਵਰਕ ਦੀ ਮਸ਼ਹੂਰੀ ਕਰਦੀ ਹੈ, ਪਰ ਵਰਤਣ ਵਿੱਚ ਅਜਿਹਾ ਨਹੀਂ ਹੁੰਦਾ ਹੈ। ਅਜਿਹੀ ਧਾਰਨਾਵਾਂ ਗਲਤ ਇਸ਼ਤਿਹਾਰਬਾਜ਼ੀ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ, ਜਿੱਥੇ ਉਪਭੋਗਤਾਵਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾਂਦਾ ਹੈ। ਕਿਸੇ ਚੀਜ਼ ਦੀ ਭਰੋਸੇਯੋਗਤਾ ਉਸ ਦੀ ਵਰਤੋਂ ਤੋਂ ਬਾਅਦ ਹੀ ਪਤਾ ਲੱਗਦਾ ਹੈ। ਠੀਕ ਹੈ। ਅਗਲਾ ਹੈ ਆਪਣਾ ਪ੍ਰਸ਼ਨ, ਇਹ ਹੋ ਗਿਆ। ਹਾਂਜੀ। ਤੇ ਅੱਗੇ ਹੈ ਆਪਣਾ ਬੀਮੇ ਦੇ ਲਾਭ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ। ਬੀਮੇ ਦੇ ਲਾਭ ਦਾ ਵਰਣਨ। ਤਾਂ ਦੋਸਤੋ ਦੇਖੋ ਇਹਦਾ ਕੀ ਆਨਸਰ ਹੈ, ਬੀਮੇ ਦੇ ਲਾਭ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ। ਤਾਂ ਦੇਖੋ ਕੀ ਹੈ, ਬੀਮਾ ਕਰਾਉਣ ਦੇ ਬਹੁਤ ਸਾਰੇ ਲਾਭ ਹੁੰਦੇ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ। ਵਿਅਕਤੀ ਨੂੰ ਲਾਭ, ਬੀਮੇ ਦਾ ਮੁੱਖ ਲਾਭ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀ ਜਿਹੜੀ ਹੈਗੀਆਂ ਨੇ ਅਨਿਸ਼ਚਿਤਤਾਵਾਂ ਨੂੰ ਜਿਹੜਾ ਹੈਗਾ ਘੱਟ ਕਰਦਾ ਹੈ। ਮਨੁੱਖੀ ਜੀਵਨ ਦਾ ਕੋਈ ਵੀ ਭਰੋਸਾ ਨਹੀਂ ਹੈ, ਭਾਵ ਕਿਸੇ ਬਿਮਾਰੀ, ਹਾਦਸਾ ਅਤੇ ਕਿਸੇ ਹੋਰ ਕਾਰਨ ਕਰਕੇ ਸਾਡੀ ਜਿਹੜੀ ਹੈਗੀ ਮੌਤ ਹੋ ਜਾਂਦੀ ਹੈ, ਤਾਂ ਬੀਮਾ ਸਾਡੀਆਂ ਅਣਸੁਖਾਵੀਆਂ ਹਾਲਤਾਂ ਵਿੱਚ ਮਦਦ ਕਰਦਾ ਹੈ ਅਤੇ ਆਪਣੀ ਜਿਹੜਾ ਹੈਗਾ ਸਾਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਵਾਉਂਦਾ ਹੈ। ਅੱਗੇ ਹੈ ਦੋਸਤੋ ਸਮਾਜ ਨੂੰ ਲਾਭ ਦਾ, ਜਦੋਂ ਸਾਨੂੰ ਅਣਸੁਖਾਵੀਆਂ ਹਾਲਤਾਂ ਵਿੱਚੋਂ ਬੀਮੇ ਤੋਂ ਮਦਦ ਪ੍ਰਾਪਤ ਹੁੰਦੀ ਹੈ ਤਾਂ ਇਸ ਨਾਲ ਵਿਅਕਤੀ ਦੀ ਆਮਦਨ ਵਿੱਚ ਕਮੀ ਨਹੀਂ ਆਉਂਦੀ, ਜਿਸ ਨਾਲ ਉਸ ਦੀ ਜਿਹੜੀ ਹੈਗੀ ਉਤਪਾਦਕਤਾ ਅਤੇ ਜੀਵਨ ਪੱਧਰ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਸਮਾਜ ਦੇ ਵਿਕਾਸ ਲਈ ਬਿਹਤਰ ਤਰੀਕੇ ਨਾਲ ਕੰਮ ਕਰ ਸਕਦਾ ਹੈ। ਅਰਥ ਵਿਵਸਥਾ ਨੂੰ ਲਾਭ, ਸਰਕਾਰ ਨੂੰ ਦੇਸ਼ ਦੇ ਆਰਥਿਕ ਵਿਕਾਸ ਲਈ ਧਨ ਦੀ ਲੋੜ ਹੁੰਦੀ ਹੈ ਅਤੇ ਸਰਕਾਰ ਇਹਨਾਂ ਕੰਪਨੀਆਂ ਤੋਂ ਇਹ ਧਨ ਲੈ ਕੇ ਦੇਸ਼ ਦੇ ਵਿਕਾਸ ਦੇ ਮੌਕਿਆਂ ਜਿਵੇਂ ਕਿ ਸੜਕ ਨਿਰਮਾਣ, ਪੁਲ ਨਿਰਮਾਣ, ਸਕੂਲ ਅਤੇ ਕਾਲਜਾਂ ਦਾ ਨਿਰਮਾਣ ਅਤੇ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਆਦਿ ਵਿੱਚ ਲਗਾਉਂਦੀ ਹੈ। ਇਸ ਧਨ ਦਾ ਨਿਵੇਸ਼ ਕਰਕੇ ਦੇਸ਼ ਦਾ ਜਿਹੜਾ ਹੈਗਾ ਤੇਜ਼ੀ ਨਾਲ ਵਿਕਾਸ
करती है। तो यह तुहाडा जिहड़ा हैगा आंसर हो गया। उस तो बाद दोस्तों अपना अगला प्रश्न है, गुरु गोबिंद सिंह जी दे जिहड़े हैगे आ जीवन बारे तुसीं की जाणदे हो। तो देखो आंसर इहदा की है, गुरु गोबिंद सिंह जी दे जीवन बारे। तो देखो गुरु गोबिंद सिंह जी सिखां दे 10वें अते अंतिम गुरु सन। ओह अध्यात्मक नेता दे उच्च कोटि संगठनकर्ता जिहड़े हैगे सफल सेनानायक प्रभावशाली विद्वान अते महान सुधारक दे गुण जिहड़े हैगे रखदे सन। उन्हां दे जीवन ਦਾ ਸੰਖੇਪ ਵਰਣਨ ਹੇਠ ਲਿਖੇ ਇਸ ਤਰ੍ਹਾਂ ਹੈ। ਤਾਂ ਜਨਮ ਅਤੇ ਮਾਤਾ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੈਗਾ ਜਨਮ 22 ਦਸੰਬਰ 1666 ਈਸਵੀ ਵਿੱਚ ਪਟਨਾ ਬਿਹਾਰ ਦੀ ਰਾਜਧਾਨੀ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਗੁਜਰੀ ਸੀ। ਉਹ ਗੁਰੂ ਤੇਗ ਬਹਾਦਰ ਜੀ ਦੇ ਇਕਲੌਤੇ ਜਿਹੜੇ ਹੈਗੇ ਪੁੱਤਰ ਸਨ। ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਪੂਰਬੀ ਦੇਸ਼ ਪ੍ਰਦੇਸ਼ਾਂ ਦੀ ਯਾਤਰਾ ਕਰ ਰਹੇ ਸਨ, ਉਸ ਸਮੇਂ ਮਾਤਾ ਗੁਜਰੀ ਜੀ ਨੇ ਆਪਣੇ ਬਾਕੀ ਪਰਿਵਾਰ ਨਾਲ ਪਟਨਾ ਵਿੱਚ ਠਹਿਰੇ ਹੋਏ ਸਨ। ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਨਵੇਂ ਜੰਮੇ ਬਾਲਕ ਦਾ ਨਾਂ ਗੋਬਿੰਦ ਦਾਸ ਜਾਂ ਗੋਬਿੰਦ ਦਾਸ ਜੀ ਜਿਹੜਾ ਹੈਗਾ ਵਾ ਰੱਖਿਆ ਗਿਆ, ਪਰੰਤੂ ਕੁਝ ਸਮੇਂ ਪਿੱਛੋਂ ਉਹਨਾਂ ਨੂੰ ਜਿਹੜਾ ਹੈਗਾ ਵਾ ਗੋਬਿੰਦ ਰਾਏ ਵੀ ਕਿਹਾ ਜਾਣ ਲੱਗਾ। ਪਟਪਨ ਜਿਹੜਾ ਹੈਗਾ ਵਾ ਆਪਣਾ ਪਟਨਾ ਵਿੱਚ ਬਚਪਨ, ਗੋਬਿੰਦ ਰਾਏ ਜੀ ਨੇ ਆਪਣਾ ਜੀਵਨ ਜਿਹੜਾ ਹੈਗਾ ਵਾ ਜੀਵਨ ਦੇ ਜਿਹੜੇ ਹੈਗੇ ਆ ਮੁੱਢਲੇ 5 ਸਾਲ ਪਟਨਾ ਵਿੱਚ ਬਤੀਤ ਕੀਤੇ। ਬਚਪਨ ਵਿੱਚ ਉਹ ਅਜਿਹੀਆਂ ਖੇਡਾਂ ਖੇਡਦੇ ਸਨ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਸੀ ਕਿ ਇੱਕ ਦਿਨ ਉਹ ਧਾਰਮਿਕ ਅਤੇ ਮਹਾਨ ਨੇਤਾ ਬਣਨਗੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਉਸ ਤੋਂ ਆਪਣੇ ਸਾਥੀਆਂ ਦੀਆਂ ਦੌੜਾਂ ਕੁਸ਼ਤੀਆਂ ਮਤਲਬ ਸਾਥੀਆਂ ਦੀਆਂ ਜਿਹੜੀਆਂ ਕਿ ਦੌੜਾਂ ਕੁਸ਼ਤੀਆਂ ਤੇ ਨਕਲੀ ਲੜਾਈਆਂ ਕਰਵਾਇਆ ਕਰਦੇ ਸਨ। ਉਹ ਵੀ ਇਹਨਾਂ ਖੇਡਾਂ ਵਿੱਚ ਹਿੱਸਾ ਲੈਂਦੇ ਸਨ। ਉਹ ਆਪਣੇ ਸਾਥੀਆਂ ਦੇ ਜਿਹੜੇ ਹੈਗੇ ਝਗੜੇ ਦਾ ਨਿਪਟਾਰਾ ਕਰਨ ਲਈ ਅਦਾਲਤ ਵੀ ਲਗਾਇਆ ਕਰਦੇ ਸਨ। ਤੇ ਅਗਲਾ ਪੁਆਇੰਟ ਹੈ ਆਪਣਾ ਦੋਸਤੋ, ਲਖਨੌਰ ਵਿੱਚ ਦਸਤਾਰਬੰਦੀ ਦੀ ਰਸਮ। 1671 ਈਸਵੀ ਵਿੱਚ ਬਾਲਕ ਗੋਬਿੰਦ ਰਾਏ ਜੀ ਦੀ ਲਖਨੌਰ ਵਿਖੇ ਦਸਤਾਰਬੰਦੀ ਰਸਮ ਪੂਰੀ ਕੀਤੀ ਗਈ। ਸਿੱਖਿਆ 1672 ਈਸਵੀ ਦੇ ਸ਼ੁਰੂ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਪਰਿਵਾਰ ਸਮੇਤ ਚੱਕ ਨਾਨਕੀ ਅਨੰਦਪੁਰ ਸਾਹਿਬ ਵਿੱਚ ਰਹਿਣ ਲੱਗੇ। ਇੱਥੇ ਗੋਬਿੰਦ ਰਾਏ ਜੀ ਸੰਸਕ੍ਰਿਤ, ਫਾਰਸੀ ਅਤੇ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੇ ਨਾਲ ਘੋੜਸਵਾੜੀ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਗਈ ਉਹਨਾਂ ਨੂੰ। ਠੀਕ ਹੈ ਜੀ। ਪਿਤਾ ਦੀ ਸ਼ਹੀਦੀ ਅਤੇ ਗੁਰਗੱਦੀ ਦੀ ਪ੍ਰਾਪਤੀ 1675 ਈਸਵੀ ਵਿੱਚ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮੁਗਲ ਜ਼ੁਲਮਾਂ ਦੇ ਵਿਰੁੱਧ ਆਪਣੀ ਸ਼ਹੀਦੀ ਦਿੱਤੀ। ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਗੋਬਿੰਦ ਰਾਏ ਜੀ ਨੇ ਗੁਰਗੱਦੀ ਸੰਭਾਲੀ ਅਤੇ ਸਿੱਖਾਂ ਦੀ ਅਗਵਾਈ ਕਰਨੀ ਸ਼ੁਰੂ ਕੀਤੀ। ਵਿਆਹ, ਕੁਝ ਵਿਦਵਾਨ ਅਨੁਸਾਰ ਗੋਬਿੰਦ ਰਾਏ ਜੀ ਨੇ ਮਾਤਾ ਜੀਤੋ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨਾਂ ਦੀਆਂ 3 ਇਸਤਰੀਆਂ ਨਾਲ ਵਿਆਹ ਕੀਤੇ, ਪਰ ਕੁਝ ਵਿਦਵਾਨ ਇਹ ਤਿੰਨੋਂ ਨਾਮ ਮਾਤਾ ਜੀਤੋ ਹੀ ਮੰਨਦੇ ਹਨ। ਠੀਕ ਹੈ ਜੀ। ਗੁਰੂ ਜੀ ਦੇ 4 ਪੁੱਤਰ ਹੋਏ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾ ਸਿੰਘ, ਠੀਕ ਹੈ ਜੀ, ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ। ਸੈਨਾ ਦਾ ਸੰਗਠਨ, ਸਿੱਖ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਲਈ ਜਿਹੜਾ ਹੈਗਾ ਸੈਨਾ ਦਾ ਸੰਗਠਨ ਕਰਨਾ ਬਹੁਤ ਹੀ ਜ਼ਰੂਰੀ ਸੀ। ਇਸ ਲਈ ਗੁਰੂ ਸਾਹਿਬ ਵੱਲੋਂ ਇਹ ਜਿਹੜਾ ਹੈਗਾ ਐਲਾਨ ਕੀਤਾ ਗਿਆ ਕਿ ਜਿਸ ਸਿੱਖ ਦੇ 4 ਪੁੱਤਰ ਹਨ, ਠੀਕ ਹੈ ਜੀ, ਜਾਂ ਫਿਰ ਹੋਣ, ਤਾਂ ਉਹਨਾਂ ਵਿੱਚੋਂ ਉਹ ਜਿਹੜੇ ਹੈਗੇ 2 ਪੁੱਤਰ ਨੂੰ ਉਹਨਾਂ ਦੀ ਸੈਨਾ ਵਿੱਚ ਭਰਤੀ ਕਰਵਾਉਣ। ਸਿੱਖਾਂ ਨੂੰ ਇਹ ਵੀ ਆਦੇਸ਼ ਜਿਹੜਾ ਹੈਗਾ ਦਿੱਤਾ ਗਿਆ ਕਿ ਉਹ ਹੋਰ ਵਸਤੂਆਂ ਦੀ ਥਾਂ ਘੋੜਿਆਂ ਅਤੇ ਹਥਿਆਰਾਂ ਦੀ ਭੇਟ ਕਰਨ। ਠੀਕ ਹੈ ਜੀ। ਸਿੱਟੇ ਵਜੋਂ ਜਲਦੀ ਹੀ ਗੁਰੂ ਸਾਹਿਬ ਕੋਲ ਅਣਗਿਣਤ ਸੈਨਿਕ ਅਤੇ ਯੁੱਧ ਸਮੱਗਰੀ ਇਕੱਠੀ ਹੋ ਗਈ। ਉਹਨਾਂ ਨੇ ਜਿਹੜਾ ਹੈਗਾ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੇ 500 ਪਠਾਨ ਸੈਨਿਕ ਨੂੰ ਵੀ ਆਪਣੀ ਸੈਨਾ ਵਿੱਚ ਜਿਹੜਾ ਹੈਗਾ ਸ਼ਾਮਿਲ ਕਰ ਲਿਆ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਪੁਆਇੰਟ ਦੇਖੋ ਕੀ ਹੈ, ਗੁਰੂ ਜੀ ਦੇ ਜਿਹੜੀ ਹੈਗੀ ਆ ਰਾਜਸੀ ਚਿੰਨ੍ਹ ਅਤੇ ਸ਼ਾਨਦਾਰ ਦਰਬਾਰ। ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਹੈਗੀ ਹੈ ਤਰ੍ਹਾਂ ਹੀ ਰਾਜਸੀ ਚਿੰਨ੍ਹ ਨੂੰ ਅਪਣਾਇਆ। ਠੀਕ ਹੈ। ਤੇ ਉਹ ਆਪਣੀ ਪਗੜੀ ਉੱਤੇ ਕਲਗੀ ਸਜਾਉਣ ਲੱਗੇ ਅਤੇ ਰਾਜਗੱਦੀ ਦੀ ਤਰ੍ਹਾਂ ਉੱਚੇ ਸਿੰਘਾਸਨ ਉੱਪਰ ਬੈਠਣ ਲੱਗੇ। ਉਹਨਾਂ ਨੇ ਆਪਣੇ ਸਿੱਖਾਂ ਦੇ ਜਿਹੜੇ ਹੈਗੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿੱਚ ਲਗਾਉਣੇ ਸ਼ੁਰੂ ਕਰ ਦਿੱਤੇ। ਉਹ ਦਲੇਰ ਸਿੱਖਾਂ ਦੇ ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਵੀ ਰੱਖਣ ਲੱਗੇ। ਉਹ ਅਨੰਦਪੁਰ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਜਾਂਦੇ। ਇਸ ਤੋਂ ਇਲਾਵਾ ਉਹਨਾਂ ਨੇ ਰਣਜੀਤ ਨਗਾਰਾ ਵੀ ਬਣਾਇਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਕੀ ਹੈ, ਗੁਰੂ ਜੀ ਜਿਹੜੇ ਹੈਗੇ ਪੌਂਟਾ ਸਾਹਿਬ ਵਿੱਚ ਗੁਰੂ ਸਾਹਿਬ ਦੁਆਰਾ ਅਨੰਦਪੁਰ ਸਾਹਿਬ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੂੰ ਚੰਗੀਆਂ ਨਹੀਂ ਲੱਗੀਆਂ। ਠੀਕ ਹੈ ਜੀ। ਤਾਂ ਉਹ ਕਿਸੇ ਨਾ ਕਿਸੇ ਬਹਾਨੇ ਗੁਰੂ ਜੀ ਨਾਲ ਯੁੱਧ ਕਰਨਾ ਚਾਹੁੰਦਾ ਸੀ, ਪਰੰਤੂ ਗੁਰੂ ਜੀ ਉਸ ਨਾਲ ਲੜਾਈ ਕਰਕੇ ਆਪਣਾ ਸੈਨਿਕ ਸ਼ਕਤੀ ਨਹੀਂ ਗਵਾਉਣਾ ਚਾਹੁੰਦੇ ਸਨ। ਠੀਕ ਹੈ ਜੀ। ਇਸ ਲਈ ਉਹ ਜਿਹੜਾ ਹੈਗਾ ਵਾ ਨਾਹਨ ਦੇ ਰਾਜਾ ਮੇਦਨੀ ਜਿਹੜੇ ਹੈਗੇ ਪ੍ਰਕਾਸ਼ ਦੇ ਸੱਦੇ ਦੇ ਨਾਹਨ ਰਾਜ ਵਿੱਚ ਚਲੇ ਗਏ। ਉੱਥੇ ਜਿਹੜਾ ਹੈਗਾ ਵਾ ਉੱਥੇ ਉਹਨਾਂ ਦੇ ਨਾਹਨ ਰਾਜ ਵਿੱਚ ਜਮਨਾ ਨਦੀ ਦੇ ਕੰਢੇ ਇੱਕ ਜਿਹੜੇ ਹੈਗੇ ਆ ਸੁੰਦਰ ਇਕਾਂਤ ਸਥਾਨ ਚੁਣ ਲਿਆ। ਉਸ ਸਥਾਨ ਦਾ ਨਾਂ ਜਿਹੜਾ ਹੈਗਾ ਵਾ ਪੌਂਟਾ ਰੱਖਿਆ ਗਿਆ। ਤੇ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਪੂਰਬ ਖਾਲਸਾ ਕਾਲ ਦੀਆਂ
ਲੜਾਈਆਂ। ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ 1688 ਈਸਵੀ ਭੰਗਾਣੀ ਦੀ ਲੜਾਈ ਲੜਨੀ ਪਈ। ਇਸ ਯੁੱਧ ਵਿੱਚ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਅਤੇ ਉਸਦੇ ਸਾਥੀਆਂ ਨੂੰ ਹਰਾਇਆ। ਦੂਸਰਾ, ਇਸ ਦੌਰਾਨ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1693 ਈਸਵੀ ਵਿੱਚ ਪੰਜਾਬ ਦੇ ਸ਼ਾਸਕਾਂ ਨੂੰ ਆਦੇਸ਼ ਦਿੱਤਾ ਕਿ ਗੁਰੂ ਜੀ ਦੇ ਵਿਰੁੱਧ ਯੁੱਧ ਛੇੜਨ, ਇਸ ਲਈ ਜਿਹੜਾ ਹੈਗਾ ਵਾ ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਨੇ ਆਪਣੇ ਪੁੱਤਰ ਜਿਹੜੇ ਹੈਗੇ ਆ ਖਾਨਜ਼ਾਦਾ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ, ਪਰੰਤੂ ਸਿੱਖਾਂ ਨੇ ਉਸ ਨੂੰ ਜਿਹੜਾ ਹੈਗਾ ਵਾ ਹਰਾ ਦਿੱਤਾ। ਖਾਨਜ਼ਾਦਾ ਦੀ ਅਸਫਲਤਾ ਤੋਂ ਬਾਅਦ 1696 ਈਸਵੀ ਦੇ ਸ਼ੁਰੂ ਵਿੱਚ ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਨੇ ਹੁਸੈਨ ਖਾਨ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ, ਪਰੰਤੂ ਉਹ ਪਹਾੜੀ ਰਾਜਿਆਂ ਨਾਲ ਹੀ ਉਲਝ ਕੇ ਰਹਿ ਗਿਆ। ਖਾਲਸਾ ਦੀ ਸਿਰਜਣਾ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ। ਉਹਨਾਂ ਨੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ ਦਇਆ ਰਾਮ, ਧਰਮ ਦਾਸ, ਮੁਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨੂੰ ਜਿਹੜਾ ਹੈਗਾ ਛਕਾਇਆ ਅਤੇ ਉਹਨਾਂ ਦੇ ਨਾਂ ਨਾਲ ਸਿੰਘ ਸ਼ਬਦ ਲਗਾਇਆ। ਫਿਰ ਉਹਨਾਂ ਨੂੰ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਆਪਣੇ ਆਪ ਵੀ ਜਿਹੜਾ ਹੈਗਾ ਵਾ ਆਪਣੇ ਨਾਮ ਨਾਲ ਸਿੰਘ ਸ਼ਬਦ ਜੋੜਿਆ। ਉੱਤਰ ਖਾਲਸਾ ਕਾਲ ਦੀਆਂ ਲੜਾਈਆਂ, ਠੀਕ ਹੈ ਜੀ। ਤਾਂ ਖਾਲਸਾ ਦੀ ਸਿਰਜਣਾ ਤੋਂ ਬਾਅਦ, ਠੀਕ ਹੈ ਜੀ, ਕੀ ਹੈ ਦੇ ਕਾਲ ਨੂੰ ਉੱਤਰ ਖਾਲਸਾ ਕਾਲ ਕਿਹਾ ਜਾਂਦਾ ਹੈ। ਇਸ ਕਾਲ ਵਿੱਚ ਗੁਰੂ ਜੀ ਯੁੱਧਾਂ ਵਿੱਚ ਉਲਝੇ ਰਹੇ। ਉਹਨਾਂ ਨੇ 1701 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1702 ਈਸਵੀ ਵਿੱਚ ਜਿਹੜਾ ਹੈਗਾ ਨਿਰਮੋਹ ਦਾ ਯੁੱਧ, 1702 ਈਸਵੀ ਵਿੱਚ ਹੀ ਜਿਹੜਾ ਹੈਗਾ ਵਾ ਬਸੋਲੀ ਦਾ ਯੁੱਧ, 1704 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ, ਸ਼ਾਹੀ ਟਿੱਬੀ ਦਾ ਯੁੱਧ ਅਤੇ ਜਿਹੜਾ ਹੈਗਾ 1705 ਈਸਵੀ ਵਿੱਚ ਚਮਕੌਰ ਸਾਹਿਬ ਦਾ ਯੁੱਧ ਲੜਿਆ। ਚਮਕੌਰ ਸਾਹਿਬ ਤੋਂ ਉਹ ਮਾਛੀਵਾੜਾ, ਦੀਨਾ ਆਦਿ ਸਥਾਨਾਂ ਤੋਂ ਹੁੰਦੇ ਹੋਏ ਖਿਦਰਾਣਾ, ਜਿਹੜਾ ਕਿ ਹੁਣ ਮੁਕਤਸਰ ਸਾਹਿਬ ਹੈ, ਉੱਥੇ ਪਹੁੰਚੇ। ਉੱਥੇ 1705 ਈਸਵੀ ਵਿੱਚ ਉਹਨਾਂ ਨੇ ਮੁਗਲ ਫੌਜ ਨੂੰ ਹਰਾਇਆ। ਖਿਦਰਾਣਾ ਤੋਂ ਉਹ ਜਿਹੜਾ ਹੈਗਾ ਤਲਵੰਡੀ ਸਾਬੋ ਚਲੇ ਗਏ। ਅੱਗੇ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਉਣਾ। ਗੁਰੂ ਗੋਬਿੰਦ ਸਿੰਘ ਜੀ ਸਤੰਬਰ 1708 ਈਸਵੀ ਵਿੱਚ ਨੰਦੇੜ ਦੱਖਣ ਪਹੁੰਚੇ। ਇੱਕ ਦਿਨ ਸ਼ਾਮ ਨੂੰ ਇੱਕ ਪਠਾਨ ਨੇ ਗੁਰੂ ਸਾਹਿਬ ਦੇ ਢਿੱਡ ਵਿੱਚ ਛੁਰਾ ਖੋਪ ਦਿੱਤਾ। ਇਸ ਜ਼ਖਮ ਦੇ ਕਾਰਨ 7 ਅਕਤੂਬਰ 1708 ਈਸਵੀ ਨੂੰ ਗੁਰੂ ਜੀ ਜਿਹੜੇ ਹੈਗੇ ਜੋਤੀ ਜੋਤ ਸਮਾ ਗਏ। ਅਗਲਾ ਪ੍ਰਸ਼ਨ ਹੈ ਆਪਣਾ ਕਿ ਨੌਜਵਾਨ ਭਾਰਤ ਸਭਾ ਤੇ ਨੋਟ ਲਿਖੋ। ਨੌਜਵਾਨ ਭਾਰਤ ਸਭਾ ਤੇ ਤਾਂ ਦੇਖੋ ਕਿ ਨੌਜਵਾਨ ਭਾਰਤ ਸਭਾ ਦੀ ਜਿਹੜੀ ਹੈਗੀ ਸਥਾਪਨਾ ਸਰਦਾਰ ਭਗਤ ਸਿੰਘ ਨੇ 1925-26 ਈਸਵੀ ਵਿੱਚ ਲਾਹੌਰ ਵਿਖੇ ਕੀਤੀ। ਇਸ ਸੰਸਥਾ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਨੌਜਵਾਨਾਂ ਨੂੰ ਜਿਹੜਾ ਹੈਗਾ ਵਾ ਜਾਗਰਿਤ ਕੀਤਾ। ਉਹ ਆਪ ਉਸ ਦਾ ਜਿਹੜਾ ਹੈਗਾ ਜਨਰਲ ਸਕੱਤਰ ਨਿਯੁਕਤ ਹੋਇਆ। ਇਸ ਸੰਸਥਾ ਨੂੰ ਜਿਹੜਾ ਹੈਗਾ ਵਾ ਗਰਮ ਧੜੇ ਦੇ ਕਾਂਗਰਸੀ ਨੇਤਾਵਾਂ ਦੀ ਹਮਾਇਤ ਹਾਸਲ ਸੀ। ਇਹ ਸੰਸਥਾ ਜਲਦੀ ਹੀ ਕ੍ਰਾਂਤੀਕਾਰੀਆਂ ਦਾ ਕੇਂਦਰ ਬਣ ਗਈ। ਸਮੇਂ-ਸਮੇਂ ਤੇ ਇਹ ਸੰਸਥਾ ਲਾਹੌਰ ਵਿਖੇ ਮੀਟਿੰਗਾਂ ਕਰਕੇ ਮਾਰਕਸ ਅਤੇ ਜਿਹੜਾ ਹੈਗਾ ਲੈਨਿਨ ਦੇ ਵਿਚਾਰਾਂ ਉੱਤੇ ਬਹਿਸ ਕਰਦੀ ਸੀ। ਇਸ ਸਭਾ ਵਿੱਚ ਦੂਸਰੇ ਦੇਸ਼ਾਂ ਵਿੱਚ ਆਏ ਇਨਕਲਾਬਾਂ ਉੱਤੇ ਵੀ ਵਿਚਾਰ ਕੀਤਾ ਜਾਂਦਾ ਸੀ। ਅੱਗੇ ਹੈ ਆਪਣਾ ਪ੍ਰਸ਼ਨ, ਹਾਂਜੀ ਅਗਲਾ ਆਪਣਾ ਪ੍ਰਸ਼ਨ ਦੇਖੋ ਕੀ ਹੈ ਕਿ ਸੰਸਦ ਵਿੱਚ ਇੱਕ ਜਿਹੜਾ ਹੈਗਾ ਵਾ ਬਿੱਲ ਕਾਨੂੰਨ ਜਿਹੜਾ ਹੈਗਾ ਕਿਵੇਂ ਬਣਦਾ ਹੈ। ਤਾਂ ਦੇਖੋ ਆਨਸਰ ਇਹਦਾ ਕੀ ਹੈ, ਸੰਸਦ ਵਿੱਚ ਜਿਹੜਾ ਹੈਗਾ ਵਾ ਬਿੱਲ ਕਾਨੂੰਨ ਕਿਵੇਂ ਬਣਦਾ ਹੈ। ਤਾਂ ਦੇਖੋ ਵਿੱਤੀ ਬਿੱਲ ਕਿਸੇ ਮੰਤਰੀ ਵੱਲੋਂ ਸਿਰਫ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸਧਾਰਨ ਬਿੱਲ ਕਿਸੇ ਮੰਤਰੀ ਜਾਂ ਸੰਸਦ ਦੇ ਕਿਸੇ ਵੀ ਮੈਂਬਰ ਵੱਲੋਂ ਪੇਸ਼ ਕੀਤਾ ਜਾ ਸਕਦਾ ਹੈ। ਸਧਾਰਨ ਬਿੱਲ ਨੂੰ ਕਾਨੂੰਨ ਬਣਨ ਲਈ ਪਹਿਲਾਂ ਹੇਠ ਲਿਖੀਆਂ ਹਾਲਤਾਂ ਵਿੱਚੋਂ ਲੰਘਣਾ ਪੈਂਦਾ ਹੈ। ਪਹਿਲਾ ਪੜਾਅ ਜਾਂ ਫਿਰ ਦੇਖੋ ਦੋਸਤੋ ਕੀ ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਇਸ ਹਾਲਤ ਵਿੱਚ ਦੋਸਤੋ ਬਿੱਲ ਉੱਤੇ ਜਿਹੜੀ ਹੈ ਬਹਿਸ ਨਹੀਂ ਹੁੰਦੀ, ਇਸ ਦੇ ਸਿਰਫ ਮੁੱਖ ਉਦੇਸ਼ ਦੱਸੇ ਜਾਂਦੇ ਹਨ। ਦੂਸਰੇ ਪੜਾਅ ਵਿੱਚ ਜਿਹੜਾ ਹੈਗਾ ਬਿੱਲ ਉੱਤੇ ਇਸ ਦੀ ਜਿਹੜੀ ਕਿ ਹਰੇਕ ਧਾਰਾ ਉੱਤੇ ਵਿਸਥਾਰਪੂਰਵਕ ਬਹਿਸ ਹੁੰਦੀ ਹੈ ਅਤੇ ਜਿਹੜੇ ਕਿ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਜੇ ਜ਼ਰੂਰੀ ਹੋਵੇ ਤਾਂ ਬਿੱਲ ਉੱਚ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ। ਤੀਸਰਾ ਪੜਾਅ, ਇਸ ਪੜਾਅ ਵਿੱਚ ਸਾਂਝੇ ਰੂਪ ਵਿੱਚ ਜਿਹੜਾ ਹੈਗਾ ਬਿੱਲ ਉੱਤੇ ਮਤਦਾਨ ਹੁੰਦਾ ਹੈ। ਜੇ ਬਿੱਲ ਪਾਸ ਹੋ ਜਾਵੇ ਤਾਂ ਦੂਸਰੇ ਸਦਨ ਵਿੱਚ ਭੇਜ ਦਿੱਤਾ ਜਾਂਦਾ ਹੈ। ਬਿੱਲ ਦੂਸਰੇ ਸਦਨ ਵਿੱਚ ਤਾਂ ਦੇਖੋ ਕੀ ਹੈ ਫਿਰ ਦੂਸਰੇ ਸਦਨ ਵਿੱਚ ਵੀ ਜਿਹੜਾ ਹੈਗਾ ਵਾ ਬਿੱਲ ਨੂੰ ਪਹਿਲੇ ਸਦਨ ਵਾਂਗ ਉਹਨਾਂ ਹੀ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਜੇ ਦੂਸਰਾ ਸਦਨ ਨੂੰ ਜਿਹੜਾ ਦੂਸਰਾ ਸਦਨ ਇਸ ਨੂੰ ਵੀ ਜਿਹੜਾ ਹੈਗਾ ਵਾ ਪਾਸ ਕਰ ਦਿੰਦਾ ਹੈ ਤਾਂ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਭੇਜ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਣ ਉੱਤੇ ਬਿੱਲ ਜਿਹੜਾ ਹੈਗਾ ਉਹ ਕਾਨੂੰਨ ਬਣ ਜਾਂਦਾ ਹੈ। ਇਹ ਤੁਹਾਡਾ ਆਨਸਰ ਹੋ ਗਿਆ। ਅੱਗੇ ਹੈ ਲੋਕਤੰਤਰ ਨੂੰ ਜਿਹੜਾ ਹੈਗਾ ਸਫਲ ਬਣਾਉਣ ਦੀਆਂ ਸ਼ਰਤਾਂ ਲਿਖੋ। ਤਾਂ ਦੇਖੋ ਆਨਸਰ ਕੀ ਇਹਦਾ, ਲੋਕਤੰਤਰ ਨੂੰ ਸਫਲ ਬਣਾਉਣ ਦੀਆਂ। ਤਾਂ ਦੇਖੋ ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਸਫਲ ਬਣਾਉਣ ਲਈ ਸਾਨੂੰ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ। ਸਿੱਖਿਆ ਦਾ ਪ੍ਰਸਾਰ, ਤਾਂ ਸਰਕਾਰ ਨੂੰ ਸਿੱਖਿਆ ਦੇ ਪ੍ਰਸਾਰ ਲਈ ਉਚਿਤ ਕਦਮ ਉਠਾਉਣੇ ਚਾਹੀਦੇ ਹਨ। ਪਿੰਡ ਵਿੱਚ ਜਿਹੜੇ ਸਕੂਲ ਖੁੱਲ੍ਹਣੇ ਚਾਹੀਦੇ ਹਨ। ਇਸਤਰੀ ਸਿੱਖਿਆ ਦੇ ਉਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਲਗ ਸਿੱਖਿਆ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ। ਦੂਸਰਾ, ਪਾਠਕ੍ਰਮਾਂ ਵਿੱਚ ਤਬਦੀਲੀ, ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮਾਂ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਬੱਚਿਆਂ ਨੂੰ ਰਾਜਨੀਤੀ ਸ਼ਾਸਤਰ ਤੋਂ ਜਾਣੂ ਕਰਾਉਣਾ ਚਾਹੀਦਾ ਹੈ। ਸਿੱਖਿਆ ਕੇਂਦਰਾਂ ਵਿੱਚ ਲੋਕਤੰਤਰੀ ਸਭਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਬੱਚਿਆਂ ਨੂੰ ਚੋਣ ਤੇ ਸ਼ਾਸਨ ਚਲਾਉਣ ਦੀ ਜਿਹੜੀ ਹੈਗੀ ਸਿੱਖਿਆ ਮਿਲ ਸਕੇ। ਤੀਸਰਾ, ਚੋਣ ਪ੍ਰਣਾਲੀ ਵਿੱਚ ਜਿਹੜੇ ਹੈਗੇ ਨੇ ਸੁਧਾਰਾਂ, ਦੇਸ਼ ਵਿੱਚ ਜਿਹੜਾ ਹੈਗਾ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ
ਕਿ ਚੋਣਾਂ ਇੱਕ ਹੀ ਦਿਨ ਵਿੱਚ ਸੰਪੰਨ ਹੋ ਸਕਣ ਅਤੇ ਉਹਨਾਂ ਦੇ ਨਤੀਜੇ ਵੀ ਉਸੇ ਦਿਨ ਹੀ ਐਲਾਨੇ ਜਾਣ। ਨਿਆਂ ਪ੍ਰਣਾਲੀ ਵਿੱਚ ਸੁਧਾਰ। ਦੇਸ਼ ਵਿੱਚ ਜੱਜਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮੁਕੱਦਮਿਆਂ ਦਾ ਨਿਪਟਾਰਾ ਜਲਦੀ ਹੋ ਸਕੇ। ਗਰੀਬ ਵਿਅਕਤੀਆਂ ਵਾਸਤੇ ਸਰਕਾਰ ਵੱਲੋਂ ਵਕੀਲਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਪੰਜਵਾਂ, ਸਮਾਚਾਰ ਪੱਤਰਾਂ ਦੀ ਸੁਤੰਤਰਤਾ। ਤਾਂ ਦੇਸ਼ ਵਿੱਚ ਸਮਾਚਾਰ ਪੱਤਰਾਂ ਨੂੰ ਨਿਰਪੱਖ ਵਿਚਾਰ ਪ੍ਰਗਟ ਕਰਨ ਦੀ ਪੂਰੀ ਜਿਹੜੀ ਹੈਗੀ ਆਜ਼ਾਦੀ ਜਾਂ ਫਿਰ ਜਿਹੜੀ ਹੈਗੀ ਸੁਤੰਤਰਤਾ ਹੋਣੀ ਚਾਹੀਦੀ ਹੈ। ਆਰਥਿਕ ਵਿਕਾਸ। ਸਰਕਾਰ ਨੂੰ ਨਵੇਂ ਉਦਯੋਗ ਦੀ ਸਥਾਪਨਾ ਕਰਨੀ ਚਾਹੀਦੀ ਹੈ। ਉਸ ਨੂੰ ਲੋਕਾਂ ਦੇ ਲਈ ਵੱਧ ਤੋਂ ਵੱਧ ਰੁਜ਼ਗਾਰ ਜੁਟਾਉਣਾ ਚਾਹੀਦਾ ਹੈ। ਪਿੰਡਾਂ ਵਿੱਚ ਖੇਤੀ ਦੇ ਵਿਕਾਸ ਲਈ ਢੁਕਵੇਂ ਕਦਮ ਜਿਹੜੇ ਹੈਗੇ ਪੁੱਟਣੇ ਚਾਹੀਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਉਸ ਤੋਂ ਬਾਅਦ ਦੋਸਤੋ ਆਪਣਾ ਭਾਗ ਹਾਹਾ ਵਾ 4 ਮਾਰਕਸ ਦੀ ਇਹ ਹੈਗੀ ਆ। ਤਾਂ ਇਹਦਾ ਕੀ ਹੈ ਦੋਸਤੋ, ਆਹ ਜਿਹੜਾ ਪੈਰਾ ਦਿੱਤਾ ਹੋਇਆ ਨਾ, ਪੈਰੇ ਨੂੰ ਜਿਹੜਾ ਤੁਸੀਂ ਪੜ੍ਹਨਾ ਵਾ ਪਹਿਲਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ। ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਥੱਲੇ ਪ੍ਰਸ਼ਨ ਨੇ ਉਹਨਾਂ ਦੇ ਆਨਸਰ ਦੇਣੇ ਹਨ। ਜਦ ਤੱਕ ਮੈਂ ਵੀ ਦੇਖ ਲੈਣਾ ਇਹਨੂੰ। ਤਾਂ ਦੋਸਤੋ ਚਲੋ ਦੇਖ ਲਿਆ ਹੋਣਾ ਤੁਸੀਂ ਵੀ, ਇਸ ਨੂੰ ਪੜ੍ਹ ਲਿਆ ਹੋਣਾ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਨਿਕਲ ਕਰ ਆ ਰਿਹਾ ਵਾ, ਪ੍ਰਤੀ ਵਿਅਕਤੀ ਆਮਦਨ ਦਾ ਕੀ ਮਹੱਤਵ ਹੁੰਦਾ ਹੈ। ਤਾਂ ਦੇਖੋ ਦੋਸਤੋ ਪ੍ਰਤੀ ਵਿਅਕਤੀ ਆਮਦਨ ਦਾ ਮਹੱਤਵ। ਤਾਂ ਸਭ ਤੋਂ ਪਹਿਲਾਂ ਜਾਣੋ ਪ੍ਰਤੀ ਵਿਅਕਤੀ ਆਮਦਨ ਕੀ ਹੈ। ਪ੍ਰਤੀ ਵਿਅਕਤੀ ਆਮਦਨ ਦੇਸ਼ ਦੇ ਲੋਕਾਂ ਦੁਆਰਾ ਨਿਸ਼ਚਿਤ ਸਮੇਂ ਵਿੱਚ ਅਰਜਿਤ ਔਸਤ ਆਮਦਨ ਹੁੰਦੀ ਹੈ। ਠੀਕ ਹੈ ਜੀ। ਤਾਂ ਕਿਸੇ ਖਾਸ ਦੇਸ਼ ਜਾਂ ਫਿਰ ਖੇਤਰ ਵਿੱਚ ਪ੍ਰਤੀ ਵਿਅਕਤੀ ਔਸਤ ਆਮਦਨ ਪ੍ਰਤੀ ਵਿਅਕਤੀ ਆਮਦਨ ਦੁਆਰਾ ਦਰਸਾਈ ਜਾਂਦੀ, ਜੋ ਕਿ ਇੱਕ ਦੇਸ਼ ਦੇ ਵਿਕਾਸ ਅਤੇ ਵਿਕਾਸ ਦਾ ਮੁੱਖ ਸੂਚਕ ਹੈ। ਇੱਕ ਦੇਸ਼ ਦੇ ਜਿਹੜੇ ਹੈਗਾ ਵਿਕਾਸ ਅਤੇ ਵਿਕਾਸ ਦਾ ਮੁੱਖ ਸੂਚਕ ਹੈ। ਇਹ ਜਿਹੜਾ ਹੈਗਾ ਤੁਹਾਡਾ ਰਾਈਟ ਆਨਸਰ ਹੋ ਜਾਏਗਾ। ਅੱਗੇ ਦੋਸਤੋ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ ਤੇ ਦੇਸ਼ਾਂ ਦੇ ਕਿਹੜੇ-ਕਿਹੜੇ ਵਰਗ ਹਨ। ਤਾਂ ਇਹਦਾ ਆਨਸਰ ਦੋਸਤੋ ਮੈਨੂੰ ਆਹ ਲੱਗ ਰਿਹਾ ਕਿ ਇੱਕ ਘੱਟ ਆਮਦਨ ਵਾਲੇ ਦੇਸ਼, ਘੱਟ ਮੱਧ ਆਮਦਨ ਵਾਲੇ ਦੇਸ਼, ਉੱਚ ਮੱਧ ਆਮਦਨ ਵਾਲੇ ਦੇਸ਼ ਅਤੇ ਉੱਚ ਆਮਦਨ ਵਾਲੇ ਦੇਸ਼। ਇਹਦਾ ਜਿਹੜਾ ਹੈਗਾ ਰਾਈਟ ਆਨਸਰ ਹੋ ਸਕਦਾ ਵਾ। ਅੱਗੇ ਦੋਸਤੋ ਆਰਥਿਕ ਵਰਗੀਕਰਨ ਨੂੰ ਨਿਰਧਾਰਿਤ ਕਰਨ ਲਈ ਕਿਹੜੀ ਇਕਾਈ ਜ਼ਿੰਮੇਵਾਰ ਹੈ। ਤਾਂ ਦੋਸਤੋ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ ਕਿ ਇਹਦਾ ਆਨਸਰ ਕੀ ਆਏਗਾ। ਇਹ ਮੈਨੂੰ ਆਨਸਰ ਜਿਹੜਾ ਹੈਗਾ ਵਾ ਪ੍ਰੋਪਰ ਨਹੀਂ ਲੱਭ ਪਾਇਆ। ਅੱਗੇ ਦੋਸਤੋ US ਡਾਲਰ ਕਿਹੜੇ ਦੇਸ਼ ਦੀ ਮੁਦਰਾ ਹੈ। ਤਾਂ ਦੋਸਤੋ ਇਹਦਾ ਆਨਸਰ ਦੇਖ ਸਕਦੇ ਹੋ, ਸੰਯੁਕਤ ਰਾਜ ਡਾਲਰ ਸੰਯੁਕਤ ਰਾਜ ਅਤੇ ਕਈ ਹੋਰ ਦੇਸ਼ਾਂ ਦੀ ਜਿਹੜੇ ਹੈਗਾ ਅਧਿਕਾਰਤ ਮੁਦਰਾ ਹੈ। 1792 ਦੇ ਸਿੱਕੇ ਐਕਟ ਨੇ ਜਿਹੜਾ ਹੈਗਾ ਵਾ ਸਪੈਨਿਸ਼ ਚਾਂਦੀ ਦੇ ਡਾਲਰ ਦੇ ਬਰਾਬਰ ਅਮਰੀਕੀ ਡਾਲਰ ਦੀ ਸ਼ੁਰੂਆਤ ਕੀਤੀ। ਇਸ ਨੂੰ 100 ਸੈਂਟ ਵਿੱਚ ਵੰਡਿਆ ਅਤੇ ਡਾਲਰ ਅਤੇ ਸੈਂਟ ਵਿੱਚ ਸਿੱਕਿਆਂ ਦੀ ਖਣਿਜ ਬਣਾਉਣ ਦਾ ਅਧਿਕਾਰ ਦਿੱਤਾ। ਠੀਕ ਹੈ ਜੀ। ਤਾਂ ਇਹ ਤੁਹਾਡਾ ਹੈ ਅਮਰੀਕੀ ਡਾਲਰ ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਮੁਦਰਾ ਹੈ। ਤਾਂ ਦੋਸਤੋ ਤੁਸੀਂ ਕੁਝ ਵੀ ਜਿਹੜਾ ਹੈਗਾ ਵਾ ਜਿਹੜੇ ਵੀ ਦੇਸ਼ ਦੇ ਵਿੱਚ ਇੱਥੇ ਡਾਲਰ ਯੂਜ਼ ਹੁੰਦਾ ਵਾ ਤੁਸੀਂ ਲਿਖ ਸਕਦੇ ਹੋ। ਅਮਰੀਕਾ ਲਿਖੋ, US ਲਿਖੋ, US ਸੰਯੁਕਤ ਰਾਜ ਲਿਖੋ। ਠੀਕ ਹੈ ਜੀ। ਗੱਲ ਇੱਕ ਹੀ ਆ, ਇੱਥੇ ਤੁਸੀਂ ਲਿਖ ਸਕਦੇ ਹੋ ਕਿਉਂਕਿ ਜਿਹੜਾ ਡਾਲਰ ਆ ਉਹ ਕਾਫੀ ਸਾਰੇ ਜਿਹੜੇ ਹੈਗੇ ਆ ਦੇਸ਼ਾਂ ਦੇ ਵਿੱਚ ਚੱਲਦਾ ਹੈ। ਤੇ ਅੱਗੇ ਹੈ ਦੋਸਤੋ ਭਾਗ ਕੱਕਾ। ਤਾਂ ਦੇਖੋ ਕੀ ਹੈ ਮਾਨਚਿੱਤਰ। ਅਗਰ ਤੁਹਾਨੂੰ ਇਹਨੂੰ ਲੱਗਦਾ ਕਿ ਕੋਈ ਸਪੈਸੀਫਿਕ ਇੱਥੇ ਦੇਸ਼ ਦਾ ਨਾਮ ਆਏਗਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ। ਮੇਰੇ ਹਿਸਾਬ ਨਾਲ ਅਮਰੀਕਾ ਲਿਖ ਦਿਓ। ਗੱਲ ਇੱਕ ਹੀ ਹੈ ਕਿਉਂਕਿ ਅਮਰੀਕਾ, ਠੀਕ ਹੈ ਜੀ, ਹੋਰ ਵੀ ਜਿਹੜੇ ਕੰਟਰੀਜ਼ ਨੇ, ਠੀਕ ਹੈ ਜੀ, ਉੱਥੇ ਇਹ ਜਿਹੜੇ ਹੈਗੇ ਤੁਹਾਡੇ ਚੱਲਦੇ ਹਨ ਡਾਲਰ। ਠੀਕ ਹੈ ਜੀ। US ਡਾਲਰ ਦੋਸਤੋ ਫਿਰ ਜਿਹੜਾ ਹੈਗਾ ਇੱਥੇ ਤੁਸੀਂ ਅਮਰੀਕਾ ਵੀ ਲਿਖ ਸਕਦੇ ਹੋ। ਠੀਕ ਹੈ ਜੀ। ਅਗਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਹੈਗਾ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਦੇਣਾ। ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਆਪਣਾ ਮਾਨਚਿੱਤਰ ਵਿੱਚ ਜਿਹੜਾ ਹੈਗਾ ਵਾ ਭਾਗ ਕੱਕਾ ਵਾ ਚਿੱਤਰ, ਯਾਨੀ ਕਿ ਇਹ ਤੁਹਾਡਾ ਜਿਹੜਾ ਹੈਗਾ ਹੁਣ ਆਪਣਾ ਆ ਗਿਆ ਕੀ ਆ ਗਿਆ ਇਹ ਮੈਪ। ਤਾਂ ਦੇਖੋ ਦੋਸਤੋ ਭਾਰਤ ਦੇ ਮਾਨਚਿੱਤਰ ਵਿੱਚ ਕੋਈ 4 ਸਥਾਨ ਭਰੋ। ਸਭ ਤੋਂ ਪਹਿਲਾਂ ਹੈਗਾ ਸਤਲੁਜ ਦਰਿਆ ਉੱਪਰ ਸਥਾਪਿਤ ਭਾਖੜਾ ਨੰਗਲ ਡੈਮ। ਤਾਂ ਦੋਸਤੋ ਚਲੋ ਦੇਖ ਲੈਂਦੇ ਆ। ਤਾਂ ਭਾਖੜਾ ਨੰਗਲ ਡੈਮ ਆ ਰਿਹਾ ਦੋਸਤੋ, ਆ ਰਿਹਾ ਇੱਥੇ। ਠੀਕ ਹੈ ਜੀ। ਭਾਖੜਾ ਡੈਮ ਤੁਹਾਡਾ ਇਹ ਰਿਹਾ, ਇਹ ਤੁਹਾਡਾ ਜਿਹੜਾ ਹੈਗਾ ਵਾ ਭਾਖੜਾ ਡੈਮ ਆ ਗਿਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਹੁਣ ਦੇਖੋ ਤੇ ਅਗਲਾ ਦੋਸਤੋ ਕੀ ਹੈ ਚਿਲਕਾ ਝੀਲ। ਠੀਕ ਹੈ ਜੀ। ਚਿਲਕਾ ਲੇਕ ਜਾਂ ਫਿਰ ਚਿਲਕਾ ਝੀਲ। ਤਾਂ ਦੋਸਤੋ ਆਹੀ ਆ, ਆਹ ਇੰਡੀਆ ਦਾ ਮੈਪ ਆ। ਠੀਕ ਹੈ ਜੀ। ਆ ਰਿਹਾ ਤੁਹਾਡਾ ਚਿਲਕਾ ਲੇਕ ਜਾਂ ਫਿਰ ਚਿਲਕਾ ਝੀਲ। ਗੱਲ ਇੱਕ ਹੀ ਹੈ, ਇੰਗਲਿਸ਼ ਦੇ ਵਿੱਚ ਲੇਕ ਕਹਿੰਦੇ ਆ ਝੀਲ ਨੂੰ। ਤਾਂ ਆ ਰਿਹਾ ਤੁਹਾਡਾ ਚਿਲਕਾ ਲੇਕ। ਤੇ ਉਸ ਤੋਂ ਬਾਅਦ ਆਪਣਾ ਪੁੱਛਿਆ ਹੈ ਕਿ ਕੋਈ ਇੱਕ ਚੌਲ ਉਤਪਾਦਕ ਰਾਜ ਦੱਸੋ। ਠੀਕ ਹੈ ਜੀ। ਤਾਂ ਦੇਖੋ ਆ ਰਿਹਾ ਤੁਹਾਡਾ ਕੋਈ ਇੱਕ ਚੌਲ ਉਤਪਾਦਕ ਰਾਜ। ਠੀਕ ਹੈ ਜੀ। ਇੱਥੇ ਲਿਖਿਆ ਹੈ ਨਾ ਚਾਵਲ ਪੈਦਾ ਕਰਨ ਵਾਲੇ ਪ੍ਰਮੁੱਖ ਰਾਜ ਜਾਂ ਫਿਰ ਕੋਈ ਇੱਕ ਲਿਖਣਾ ਵਾ ਤੁਸੀਂ। ਠੀਕ ਹੈ ਜੀ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਆ ਰਿਹਾ। ਠੀਕ ਹੈ ਜੀ। ਆਹ ਜਿਹੜਾ ਤੁਹਾਡਾ ਉੱਤਰ ਪ੍ਰਦੇਸ਼ ਆ ਗਿਆ, ਇੱਥੇ ਬਿਹਾਰ ਆ, ਇੱਥੇ ਪੰਜਾਬ ਹਰਿਆਣਾ ਤੁਹਾਡਾ ਜਿਹੜਾ ਹੈਗਾ ਵਾ। ਤੇ ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਕਿ ਉਤਪਾਦਕ ਰਾਜ ਹੋ ਗਿਆ। ਹਾਂਜੀ। ਤੇ ਕੋਈ ਇੱਕ ਜਿਹੜਾ ਹੈਗਾ ਕੋਲਾ ਉਤਪਾਦਕ ਖੇਤਰ ਲਿਖੋ। ਕੋਲਾ ਉਤਪਾਦਕ ਖੇਤਰ। ਤਾਂ ਆ ਰਿਹਾ ਤੁਹਾਡਾ ਇੰਡੀਆ ਦੇ ਮੈਪ ਤੇ। ਠੀਕ ਹੈ ਜੀ। ਕੋਲਾ ਉਤਪਾਦਕ ਖੇਤਰ ਕਿੱਥੇ ਆ? ਰੈੱਡ ਵਾਲੇ ਨਿਸ਼ਾਨ ਜਿਹੜੇ ਜਿੱਥੇ ਬਣੇ ਹੋਏ ਹਨ ਉਹ ਕੋਲਾ ਉਤਪਾਦਕ ਖੇਤਰ ਹੀ ਹੈਗੇ ਹਨ। ਠੀਕ ਹੈ ਜੀ। ਜਿੱਥੇ ਇਹ ਤੁਹਾਡਾ ਰੈੱਡ ਨਿਸ਼ਾਨ ਬਣਿਆ ਹੋਇਆ ਵਾ। ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਕੋਈ ਇੱਕ ਤੇਲ ਰਿਫਾਈਨਰੀ ਜਿਹੜਾ ਹੈਗਾ ਵਾ ਦਰਸਾਓ ਮੈਪ ਤੇ। ਤਾਂ ਦੇਖ ਲੈਂਦੇ ਹਾਂ ਦੋਸਤੋ ਤੇਲ ਰਿਫਾਈਨਰੀ। ਠੀਕ ਹੈ ਜੀ। ਆਹ ਦੇਖ ਲਓ ਤੇਲ ਰਿਫਾਈਨਰੀ ਇੱਥੇ ਜਿਹੜਾ ਹੈਗਾ ਤੁਹਾਡਾ ਦਿੱਤਾ ਵੀ ਹੋਇਆ ਵਾ, ਆ ਰਿਹਾ। ਠੀਕ ਹੈ ਜੀ। ਤੇਲ ਰਿਫਾਈਨਰੀ। ਤੇ ਇੱਥੇ ਦੋਸਤੋ ਕਿਹੜਾ ਵਾ ਤੇਲ ਰਿਫਾਈਨਰੀ, ਰੁਕੋ। ਤਾਂ ਦੋਸਤੋ ਆ ਦੇਖੋ ਜਿਹੜਾ ਹੈਗਾ ਪੈਟਰੋਲੀਅਮ ਰਿਫਾਈਨਰੀ ਜਾਂ ਫਿਰ ਤੇਲ ਰਿਫਾਈਨਰੀ। ਗੱਲ ਇੱਕ ਹੀ ਆ। ਤਾਂ ਇੱਥੇ ਦੇਖ ਲਓ ਦੋਸਤੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਮੁੰਬਈ ਦਰਸਾ ਸਕਦੇ ਹੋ, ਜਾਮਨਗਰ। ਠੀਕ ਹੈ ਜੀ। ਮੰਗਲੁਰੂ। ਠੀਕ ਹੈ ਜੀ।
ਤੇ ਹਲਦੀਆ ਆਹ ਜਿਹੜੇ ਦਿੱਤੇ ਹੋਏ ਹਨ। ਇੱਥੇ ਦੋਸਤੋ ਆਪਣਾ ਜਿਹੜਾ ਹੈਗਾ ਵਾ ਡਿਗਬੋਈ, ਠੀਕ ਹੈ, ਕੋਈ ਵੀ ਤੁਸੀਂ ਜਿਹੜਾ ਹੈ ਦਰਸਾ ਸਕਦੇ ਹੋ। ਕੋਚੀ ਆ ਰਿਹਾ, ਠੀਕ ਹੈ ਜੀ। ਤਾਂ ਇਹ ਥੋੜਾ ਜਿਹੜਾ ਹੈਗਾ ਵਾ ਤੇਲ ਰਿਫਾਈਨਰੀ ਦਾ ਹੋ ਗਿਆ। ਤੇ ਅੱਗੇ ਹੈ ਦੋਸਤੋ ਆਪਣਾ ਕੋਈ ਇੱਕ ਸੂਤੀ ਕਪੜਾ ਉਦਯੋਗ ਕੇਂਦਰ ਦਰਸਾਓ। ਤਾਂ ਦੋਸਤੋ ਦੇਖ ਲੈਂਦੇ ਆ ਵੀ। ਤਾਂ ਆ ਰਿਹਾ ਦੋਸਤੋ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਜਾਂ ਫਿਰ ਕੋਈ ਵੀ ਇੱਕ ਜਿਹੜਾ ਕਾਰਖਾਨਾ ਦਰਸਾਉਣ ਨੂੰ ਕਿਹਾ ਸੀ ਕੇਂਦਰ। ਤਾਂ ਆਹ ਤੁਹਾਡਾ ਜਿਹੜਾ ਹੈਗਾ ਮੁੰਬਈ ਆ ਜਾਏਗਾ, ਠੀਕ ਹੈ ਜੀ। ਇੱਥੇ ਤਾਂ ਇਹ ਤੁਸੀਂ ਜਿਹੜਾ ਹੈਗਾ ਵਾ ਇੱਥੇ ਲਿਖ ਲੈਣਾ ਵਾ। ਅੱਗੇ ਹੈ ਦੋਸਤੋ, ਲਿਖ ਲੈਣਾ ਨਹੀਂ, ਦੇਖ ਲੈਣਾ ਵਾ। ਅੱਗੇ ਪੰਜਾਬ ਦੇ ਮਾਨਚਿੱਤਰ ਵਿੱਚ ਕੋਈ 4 ਸਥਾਨ ਭਰੋ। ਸਭ ਤੋਂ ਪਹਿਲਾਂ ਹੈਗਾ ਅਨੰਦਪੁਰ ਸਾਹਿਬ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਅਨੰਦਪੁਰ ਸਾਹਿਬ ਕਿੱਥੇ ਹੈ, ਆ ਰਿਹਾ ਦੋਸਤੋ ਅਨੰਦਪੁਰ ਸਾਹਿਬ। ਇਹ ਦੋਸਤੋ ਜਿਹੜਾ ਮੈਪ ਆ 1947 ਤੋਂ ਪਹਿਲਾਂ ਦਾ ਮੈਪ ਆ, ਠੀਕ ਹੈ ਜੀ। 1947 ਤੋਂ ਪਹਿਲਾਂ ਦਾ ਇਹ ਪੰਜਾਬ ਦਾ ਮੈਪ ਆ, ਠੀਕ ਹੈ ਜੀ। ਹੁਣ ਤਾਂ ਦੋਸਤੋ ਬਿਲਕੁਲ ਹੀ ਥੋੜਾ ਜਿਹਾ ਹਿੱਸਾ ਆਪਣੇ ਇੱਥੇ ਰਹਿ ਗਿਆ ਵਾ, ਪੰਜਾਬ ਦਾ ਇੰਨਾ ਕੁ ਹਿੱਸਾ ਵਾ, ਠੀਕ ਹੈ ਜੀ। ਇੱਥੇ ਇੱਕ ਥੋੜਾ ਜਿਹਾ ਹਿੱਸਾ ਬਣਿਆ ਵਾ, ਬਾਕੀ ਇੱਥੇ ਜਿਹੜਾ ਹੈਗਾ ਵਾ ਆਪਣਾ ਹਰਿਆਣਾ ਚਲਾ ਗਿਆ, ਇੱਥੇ ਹਿਮਾਚਲ ਚਲਾ ਗਿਆ, ਇਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਵਾ, ਪਾਕਿਸਤਾਨ ਪੰਜਾਬ, ਠੀਕ ਹੈ ਜੀ। ਤਾਂ ਇਹ 1947 ਤੋਂ ਪਹਿਲਾਂ ਦਾ ਪੰਜਾਬ ਆ ਇਹ। ਇੱਥੇ ਦੇਖ ਲਓ ਦੋਸਤੋ ਆ ਰਿਹਾ ਤੁਹਾਡਾ ਅਨੰਦਪੁਰ ਸਾਹਿਬ ਹੋ ਗਿਆ ਇੱਥੇ। ਤੇ ਉਸ ਤੋਂ ਬਾਅਦ ਦੋਸਤੋ ਆਪਾਂ ਨੇ ਪੁੱਛਿਆ ਹੈ ਗੁਰਦਾਸ ਨੰਗਲ ਤੇ ਲਾਹੌਰ, ਠੀਕ ਹੈ ਜੀ। ਗੁਰਦਾਸ ਨੰਗਲ ਤੇ ਲਾਹੌਰ। ਗੁਰਦਾਸ ਨੰਗਲ ਦੇਖੋ ਦੋਸਤੋ ਕਿੱਥੇ ਹੈ, ਆ ਰਿਹਾ ਦੋਸਤੋ ਤੁਹਾਡਾ ਗੁਰਦਾਸ ਨੰਗਲ। ਤੇ ਅਗਲਾ ਦੋਸਤੋ ਆਪਣੇ ਤੋਂ ਪੁੱਛਿਆ ਸੀਗਾ ਲਾਹੌਰ। ਤਾਂ ਲਾਹੌਰ ਦੋਸਤੋ ਤੁਹਾਡਾ ਇਹ ਰਿਹਾ, ਠੀਕ ਹੈ ਜੀ। ਆਹ ਦੇਖ ਲਓ 1947 ਤੋਂ ਪਹਿਲਾਂ ਦਾ ਪੰਜਾਬ ਦੇ ਵਿੱਚ ਲਾਹੌਰ ਜਿਹੜਾ ਹੈਗਾ ਉਹ ਇੱਥੇ ਹੈ, ਠੀਕ ਹੈ ਜੀ। ਲਾਹੌਰ ਆਹ ਦੇਖ ਲਓ ਆ ਰਿਹਾ ਤੁਹਾਡਾ ਲਾਹੌਰ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਲਾਹੌਰ ਹੋ ਗਿਆ। ਤੇ ਹੁਣ ਹੈਗਾ ਆਪਣਾ ਬੱਦੋਵਾਲ ਤੇ ਗੁਜਰਾਤ, ਠੀਕ ਹੈ ਜੀ। ਬੱਦੋਵਾਲ ਤੇ ਗੁਜਰਾਤ। ਤਾਂ ਬੱਦੋਵਾਲ ਦੇਖੋ ਦੋਸਤੋ ਕਿੱਥੇ ਹੈ, ਹਾਂਜੀ। ਤਾਂ ਆਹ ਰਿਹਾ ਤੁਹਾਡਾ ਬੱਦੋਵਾਲ, ਠੀਕ ਹੈ ਜੀ। ਤੇ ਆਹ ਤੁਸੀਂ ਬੱਦੋਵਾਲ ਨੂੰ ਦੇਖ ਸਕਦੇ ਹੋ, ਆ ਰਿਹਾ ਤੁਹਾਡਾ ਬੱਦੋਵਾਲ। ਤੇ ਗੁਜਰਾਤ ਕਿੱਥੇ ਹੈ, ਗੁਜਰਾਤ ਦੋਸਤੋ ਤੁਹਾਡਾ ਆਹ ਰਿਹਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਣੇ ਤੋਂ ਪੁੱਛਿਆ ਹੋਇਆ ਵਾ ਸਡੋਰਾ ਜਿਹੜਾ ਹੈਗਾ ਕਿੱਥੇ ਹੈ, ਸਡੋਰਾ। ਤਾਂ ਸਡੋਰਾ ਵੀ ਦੇਖੋ ਦੋਸਤੋ ਆ ਰਿਹਾ ਤੁਹਾਡਾ ਸਡੋਰਾ, ਹਾਂਜੀ ਉੱਪਰ ਹੋਏਗਾ, ਹਾਂਜੀ ਆ ਰਿਹਾ ਦੋਸਤੋ ਤੁਹਾਡਾ ਸਡੋਰਾ। ਤਾਂ ਇਹ ਜਿਹੜਾ ਹੈਗਾ ਤੁਹਾਡਾ ਸਾਰੇ ਹੀ ਅਸੀਂ ਮੈਪ ਵੀ ਕਰ ਲਏ। ਤਾਂ ਫੁੱਲ ਫਲੈਜ ਜਿਹੜਾ ਹੈਗਾ ਇਹ ਤੁਹਾਡਾ ਕੁਐਸਚਨ ਪੇਪਰ ਅਸੀਂ ਸੋਲਵ ਕਰ ਲਿਆ। ਕੁਝ ਵੀ ਹੁਣ ਦੇਖ ਲਓ ਥੱਲੇ ਨਹੀਂ ਬਚਿਆ ਵਾ। ਪੂਰਾ ਦਾ ਪੂਰਾ ਕੁਐਸਚਨ ਪੇਪਰ ਜਿਹੜਾ ਹੈਗਾ ਇਹ 10ਵੀਂ ਜਮਾਤ ਦਾ ਸਾਡੇ ਕੋਲ ਇੱਕ SST ਦਾ ਪ੍ਰੀ ਬੋਰਡ ਦਾ ਪੇਪਰ ਸੀਗਾ। ਪੂਰਾ ਦਾ ਪੂਰਾ ਪੇਪਰ ਸੋਲਵ ਕਰਕੇ ਅਸੀਂ ਤੁਹਾਨੂੰ ਜਿਹੜੇ ਹੈਗਾ ਤਿਆਰੀ ਕਰਾ ਦਿੱਤੀ ਹੈ। ਵੈਰੀ ਇੰਪੋਰਟੈਂਟ ਇਹ ਤੁਹਾਡੇ ਪ੍ਰਸ਼ਨ ਉੱਤਰ ਨੇ। ਆਲ ਦਾ ਬੈਸਟ। ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਦਾ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।